ਆਓ ਜੂਸ ਪੀਓ ਕਿੰਨੂ ਐਗਰੋ ਪੰਜਾਬ ਦੇ ਤਾਂ ਇੱਥੇ ਵਿਟਾਮਿਨ ਵਧਾਓ ਵਧੀਆ ਸਵਾਦ ਸਿਹਤਮੰਦ ਕਿੰਨੂ ਖਾਓ ਤੇ ਪੰਜਾਬ ਚੋਂ ਕੋਰੋਨਾ ਨੂੰ ਭਜਾਓ ਗੱਲਾਂ ਸੱਚੀਆਂ ਜਨਾਬ ਕਿੰਨੂ ਐਗਰੋ ਪੰਜਾਬ ਦਾ ਸਵਾਦ ਲਾਜਵਾਬ। ਪੰਜਾਬ ਐਗਰੋ ਦਾ ਹਫ਼ਤਾਵਾਰੀ ਪ੍ਰੋਗਰਾਮ ਪੰਜ ਦਰਿਆ ਵੇਖ ਰਹੇ ਸਾਰੇ ਕਿਸਾਨ ਵੀਰਾਂ ਨੂੰ ਬਾਲ ਮੁਕੰਦ ਸ਼ਰਮਾ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਕਿਸਾਨ ਦੋਸਤੋ, ਅਸੀਂ ਖੇਤੀਬਾੜੀ ਦੀਆਂ ਗੱਲਾਂ ਕਰਦੇ ਨਾਲ ਦੀ ਨਾਲ ਆਪਣਾ ਫਰਜ਼ ਸਮਝਦੇ ਹਾਂ ਕਿ ਅਸੀਂ ਪਸ਼ੂ ਪਾਲਣ ਦੀਆਂ ਗੱਲਾਂ ਵੀ ਕਰੀਏ। ਤੁਸੀਂ ਜਾਣਦੇ ਹੀ ਹੋ ਕਿ ਸਾਡੇ ਪੰਜਾਬ ਐਗਰੋ ਦੇ ਇਸ ਪ੍ਰੋਗਰਾਮ ਵਿੱਚ ਕੁਝ ਅੰਸ਼ ਜਿਹੜਾ ਉਹ ਮਿਲਕਫੈਡ ਵੇਰਕਾ ਸਾਡਾ ਉਹ ਯੋਗਦਾਨ ਪਾਉਂਦੇ ਆ ਤੇ ਅਸੀਂ ਮਹੀਨੇ 'ਚ ਇੱਕ ਵਾਰੀ ਵੇਰਕਾ ਦੀ ਗੱਲ ਜ਼ਰੂਰ ਕਰਦੇ ਹਾਂ। ਸੋ ਇਸੇ ਕੜੀ ਨੂੰ ਅੱਗੇ ਤੋਰਦੇ ਹੋਏ ਅੱਜ ਅਸੀਂ ਜੋ ਤੁਹਾਡੇ ਮੂਹਰੇ ਵਿਸ਼ਾ ਪਰੋਸ ਰਹੇ ਹਾਂ ਉਹ ਵਿਸ਼ਾ ਹੈ ਤੰਦਰੁਸਤ ਲਵੇਰੇ, ਖਰਚਾ ਘੱਟ, ਦੁੱਧ ਵਧੇਰੇ। ਜੀ ਹਾਂ, ਤੰਦਰੁਸਤ ਲਵੇਰੇ, ਖਰਚਾ ਘੱਟ, ਦੁੱਧ ਵਧੇਰੇ। ਇਹ ਚਰਚਾ 'ਚ ਭਾਗ ਲੈਣ ਲਈ ਤੁਹਾਡੇ ਆਪਣੇ ਜਾਣੇ ਪਛਾਣੇ ਤੁਸੀਂ ਕਈ ਵਾਰ ਸੁਣ ਚੁੱਕੇ ਹੋ ਸਾਡੇ ਅਜੀਜ਼, ਸਾਡੇ ਬਹੁਤ ਅਹਿਮ ਮਿੱਤਰ ਜੋ ਡੇਅਰੀ ਵਿਭਾਗ ਪੰਜਾਬ ਦੇ ਡਾਇਰੈਕਟਰ ਰਹੇ ਆ, ਤੁਹਾਨੂੰ ਮਿਲਾ ਰਿਹਾ ਸਰਦਾਰ ਇੰਦਰਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਾਥ ਦੇਣਗੇ ਮਿਲਕ ਪਲਾਂਟ ਮੋਹਾਲੀ ਵੇਰਕਾ ਜੋ ਪਲਾਂਟ ਹੈ ਉੱਥੋਂ ਦੇ ਸਹਾਇਕ ਮੈਨੇਜਰ ਡਾਕਟਰ ਪ੍ਰਭਦੀਪ ਸਿੰਘ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਸ਼ੁਕਰੀਆ, ਸਵਾਗਤ ਡਾਕਟਰ ਸਾਹਿਬ ਤੁਹਾਡਾ। ਤੇ ਹੁਣ ਗੱਲਬਾਤ ਸ਼ੁਰੂ ਆਪਾਂ ਅੱਜ ਦੇ ਚਰਚਾ ਜਿਹੜੀ ਕਰਦੇ ਹਾਂ ਉਹ ਸ਼ੁਰੂ ਕਰਦੇ ਹਾਂ ਇੰਦਰਜੀਤ ਸਿੰਘ ਜੀ ਤੋਂ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਵੇਰਕਾ ਦੇ ਯੋਗਦਾਨ ਦੀ, ਤੁਸੀਂ ਲੰਬਾ ਸਮਾਂ ਪੰਜਾਬ ਦੀ ਸੇਵਾ ਕੀਤੀ ਆ ਡੇਅਰੀ ਖੇਤਰ ਵਿੱਚ, ਬੜੀਆਂ ਅਣਥੱਕ ਸੇਵਾਵਾਂ ਨਿਭਾਈਆਂ। ਤੁਹਾਡਾ ਕੀ ਤਜਰਬਾ ਹੈਗਾ ਕਿ ਡੇਅਰੀ ਵਿਕਾਸ ਵਿੱਚ ਵੇਰਕਾ ਦਾ ਕੀ ਯੋਗਦਾਨ ਹੈ? ਸਭ ਤੋਂ ਪਹਿਲਾਂ ਮੈਂ ਪ੍ਰੋਗਰਾਮ ਪੰਜ ਦਰਿਆ ਦੇ ਸਾਰੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਅੱਜ ਅਸੀਂ ਦੁਬਾਰਾ ਫਿਰ ਚਰਚਾ ਸ਼ਾਮਲ ਹੋਏ ਹਾਂ। ਤੋ ਸ਼ਰਮਾ ਜੀ, ਜੇ ਮੈਂ ਕਹਾਂ ਕਿ ਪੰਜਾਬ ਡੇਅਰੀ ਪ੍ਰਧਾਨ ਸੂਬਾ ਕੋਈ ਹੱਥਕਤ ਨਹੀਂ, ਤੇ ਜੇ ਮੈਂ ਇਹ ਕਹਾਂ ਕਿ ਪੰਜਾਬ ਦੇ ਡੇਅਰੀ ਦੇ ਵਿਕਾਸ ਵਿੱਚ ਵੇਰਕਾ ਦਾ ਸਭ ਤੋਂ ਵੱਧ ਯੋਗਦਾਨ ਹੈ ਤਾਂ ਇਹ ਵੀ ਬਹੁਤ ਵਧੀਆ ਗੱਲ ਹੋਵੇਗੀ, ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਵੇਰਕਾ ਪਿੰਡ ਪੱਧਰ ਤੇ ਦੁੱਧ ਸਭਾ ਜਿਹਦੇ ਵਿੱਚ ਆਮ ਦੁੱਧ ਉਤਪਾਦਕ ਸਾਡੇ ਮੈਂਬਰ ਨੇ, ਜ਼ਿਲ੍ਹਾ ਪੱਧਰ ਤੇ ਉਹਨਾਂ ਵਿੱਚੋਂ ਚੁਣੇ ਹੋਏ ਸਾਡੇ ਜਿਹੜੇ ਮਿਲਕ ਯੂਨੀਅਨ ਜਾਂ ਜਿਹੜਾ ਹੈਗਾ ਪ੍ਰਬੰਧ ਉਹ ਵੀ ਸਾਡੇ ਕਿਸਾਨ ਚਲਾਉਂਦੇ ਨੇ, ਤੇ ਰਾਜ ਪੱਧਰ ਦੇ ਉੱਤੇ ਜਿਹੜੇ ਸਾਡੇ ਬੋਰਡ ਆਫ ਡਾਇਰੈਕਟਰ ਨੇ ਉਹਦੇ ਵਿੱਚ ਵੀ ਕਿਸਾਨ ਆਉਂਦੇ ਨੇ। ਤਾਂ ਇਹ ਤਪਈਆ ਗੱਡੀ ਹੈ ਜਿਹਦੇ ਵਿੱਚ ਸਾਡਾ ਇੱਕ ਲੋਕਤੰਤਰ ਦਾ, ਇੱਕ ਸਹਿਕਾਰਤਾ ਦਾ, ਇੱਕ ਆਮ ਲੋਕਾਂ ਦੀ ਨੁਮਾਇੰਦਗੀ ਦਾ ਬਹੁਤ ਵੱਡਾ ਯੋਗਦਾਨ ਹੈ। ਜੇ ਮੈਂ ਵੇਰਕਾ ਦੀ ਗੱਲ ਕਰਾਂ ਦੁੱਧ ਦੀ ਮੰਡੀਕਰਨ ਦੀ, ਕਿਉਂਕਿ ਸਾਡਾ ਮੰਡੀਕਰਨ ਜਿਹੜਾ ਵਾ ਵੇਰਕਾ ਦੇ ਪੂਰੇ ਦਾ ਪੂਰਾ ਹੱਥ 'ਚ ਹੈ। ਕਿਸੇ ਵੇਲੇ ਵੇਰਕਾ ਦੁੱਧ ਦੇ ਭਾਅ ਨਿਸ਼ਚਿਤ ਨਹੀਂ ਕਰਦਾ ਸੀ, ਕੋਈ ਹੋਰ ਕੰਪਨੀ ਕਰਦੀ ਸੀ, ਪਰ ਹੁਣ ਜਿਹੜਾ ਦੁੱਧ ਦਾ ਭਾਅ ਬਣਦਾ ਵਾ ਉਹ ਸਾਡਾ ਵੇਰਕਾ ਆਪਣੇ ਪ੍ਰੋਫਿਟੇਬਿਲਿਟੀ 'ਚੋਂ ਕੱਢਦਾ। ਇੱਕ ਜਿਹੜਾ ਖਪਤਕਾਰ ਸਾਨੂੰ ਜਿਹੜਾ ਕੋਈ 1 ਰੁਪਈਏ ਦਾ ਕੋਈ ਪ੍ਰੋਡਕਟ ਖਰੀਦਦਾ ਉਹਦੇ 'ਚੋਂ 80 ਪੈਸੇ ਖਪਤਕਾਰ ਤੱਕ ਜਿਹੜਾ ਪਹੁੰਚਾਉਂਦਾ ਵੇਰਕਾ ਪਹੁੰਚਾਉਂਦਾ। ਸਭ ਤੋਂ ਵੱਧ ਜਿਹੜਾ ਵਾ ਇਹ ਅਸੀਂ ਖਪਤਕਾਰ ਤੱਕ ਜਿਹੜਾ ਸਾਡਾ ਪ੍ਰੋਫਿਟੇਬਿਲਿਟੀ ਅਸੀਂ ਲਿਜਾਨੇ ਆ। ਅੱਜ ਦੇ ਡੇਟ ਦੇ ਵਿੱਚ ਵੇਰਕਾ ਦੇ ਕੋਲੇ 11 ਮਿਲਕ ਪਲਾਂਟ ਬਣੇ ਹੋਏ ਨੇ ਔਰ ਜਿਹਦੇ ਵਿੱਚ ਕੋਈ ਦੁੱਧ ਸਾਂਭਣ ਦੀ ਸਮਰੱਥਾ 26 ਲੱਖ ਦੀ ਹੈ। 6000 ਪਿੰਡਾਂ ਦੇ ਵਿੱਚ ਵੇਰਕਾ ਆਪਣੇ ਦੁੱਧ ਸਭਾਵਾਂ ਦੇ ਰਾਹੀਂ ਸਵੇਰੇ ਸ਼ਾਮ ਦੋਨੇ ਟਾਈਮ ਦੁੱਧ ਇਕੱਠਾ ਕਰਕੇ ਸਾਡੇ ਖਪਤਕਾਰਾਂ ਤੱਕ ਦੁੱਧ ਦੇ ਪੈਕਟ ਦੁੱਧ, ਹੋਰ ਪਾਊਡਰ, ਘਿਓ, ਚੀਜ਼, ਪਨੀਰ, ਵੱਖ-ਵੱਖ ਤਰ੍ਹਾਂ ਦੀ ਆਈਸਕ੍ਰੀਮ ਤੇ ਵੱਖ-ਵੱਖ ਤਰ੍ਹਾਂ ਦੇ ਫਰਮੈਂਟਡ ਦਹੀਂ, ਲੱਸੀ ਉਹ ਸਾਰੇ ਪਹੁੰਚਾਉਂਦੀ ਹੈ। ਇਹ ਕਰਕੇ ਵੇਰਕਾ ਜਿਹੜਾ ਵਾ ਨਾ ਸਿਰਫ ਮੰਡੀ ਕਰ ਦਿੰਦਾ ਹੈ ਬਟ ਵੇਰਕਾ ਤੰਦਰੁਸਤ ਲਵੇਰੇ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾ ਰਿਹਾ। ਯਾਨੀ ਇੰਦਰਜੀਤ ਸਿੰਘ ਦੀ ਗੱਲ ਤੋਂ ਮੈਂ ਇਹ ਭਾਵ ਲਿਆ ਕਿ ਵੇਰਕਾ ਵਰਗੇ ਅਦਾਰੇ ਹੈਗੇ ਆ ਤਾਂ ਹੀ ਪਸ਼ੂ ਪਾਲਕਾਂ ਦੇ ਇੰਟਰਸਟ ਜਿਹੜੇ ਸੁਰੱਖਿਅਤ ਹੈਗੇ ਆ। ਜੇ ਤੁਹਾਨੂੰ ਵਾਜਬ ਭਾਅ ਮਿਲਦੇ ਆ, ਆਪਾਂ ਇਮੈਜਿਨ ਕਰਕੇ ਵੇਖੀਏ ਜੇ ਸਹਿਕਾਰੀ ਤਾਂ ਸਰਕਾਰੀ ਅਦਾਰੇ ਵਿੱਚ ਨਾ ਹੋਣ ਤਾਂ ਸਾਡੇ ਦੁੱਧ ਦੇ ਰੇਟ ਜਿਹੜੇ ਆ ਉਹ ਕਿੱਧਰ ਨੂੰ ਜਾਣ। ਬਿਲਕੁਲ ਸਹੀ ਫਰਮਾਇਆ ਇਹਨਾਂ ਨੇ ਕਿ ਜੇ ਇਹ ਅਦਾਰੇ ਹੈਗੇ ਆ ਜਿਹੜੇ ਕਿਸਾਨਾਂ ਦੇ ਆਪਣੇ ਅਦਾਰੇ ਆ, ਉਹਨਾਂ ਵਾਸਤੇ ਆ ਪਸ਼ੂ ਪਾਲਕਾਂ ਦੇ ਹਿੱਤ ਦਾ ਧਿਆਨ ਰੱਖਦੇ ਆ, ਤਾਂ ਹੀ ਜਿਹੜੇ ਭਾਅ ਵੀ ਸਟੇਬਲ ਰਹਿੰਦੇ ਆ। ਔਰ ਜਿਹੜੇ ਪਸ਼ੂਆਂ ਦੇ ਲਵੇਰਿਆਂ ਦੀ ਗੱਲ ਕਰਨ ਲੱਗੇ ਆ, ਹੁਣ ਮੈਂ ਡਾਕਟਰ ਸਾਹਿਬ ਤੁਹਾਡੇ ਕੋਲ ਆ ਰਿਹਾ ਕਿ ਵਿਸ਼ਾ ਚੁਣਿਆ ਸੀ ਤੰਦਰੁਸਤ ਲਵੇਰੇ। ਹੁਣ ਤੰਦਰੁਸਤੀ ਦੀ ਗੱਲ ਚੱਲਦੀ ਆ, ਇਹ ਦੱਸੋ ਵੀ ਤੰਦਰੁਸਤੀ ਤੋਂ ਭਾਵ ਕੀ ਆ, ਇਹਦੀ ਮਹੱਤਤਾ ਕੀ ਆ ਤੇ ਜ਼ਰੂਰਤ ਕੀ ਆ? ਤੰਦਰੁਸਤੀ ਤੋਂ ਭਾਵ ਆਪਾਂ ਜੇ ਆਸਾਨ ਸ਼ਬਦਾਂ ਵਿੱਚ ਸਮਝਣਾ ਚਾਹੀਏ, ਤੰਦਰੁਸਤੀ ਤੋਂ ਭਾਵ ਹੋ ਗਿਆ ਇੱਕ ਬਿਮਾਰੀ ਰਹਿਤ ਪਸ਼ੂ। ਹੁਣ ਆਪਾਂ ਪਸ਼ੂ ਨੂੰ ਦੇਖਣਾ ਕਿਵੇਂ ਹੈ ਕਿ ਉਹ ਬਿਮਾਰੀ ਰਹਿਤ ਆ। ਪਸ਼ੂ ਜਗਾਲੀ ਪ੍ਰੋਪਰ ਬਿਲਕੁਲ ਸਹੀ ਕਰ ਰਿਹਾ ਹੋਵੇ, ਪੱਠੇ ਪ੍ਰੋਪਰ ਖਾ ਰਿਹਾ ਹੋਵੇ, ਦੁੱਧ ਵੱਧ ਤੋਂ ਵੱਧ ਦੇ ਰਿਹਾ ਹੋਵੇ, ਉਹਦੀਆਂ ਅੱਖਾਂ ਵਿੱਚੋਂ ਪਾਣੀ ਨਾ ਆ ਰਿਹਾ ਹੋਵੇ, ਉਹਦੇ ਨੱਕ ਵਿੱਚੋਂ ਪਾਣੀ ਨਾ ਆ ਰਿਹਾ ਹੋਵੇ, ਉਹ ਸਾਹ ਪ੍ਰੋਪਰ ਲੈ ਰਿਹਾ ਹੋਵੇ। ਐਂਡ ਇੱਕ ਆਪਾਂ ਚੀਜ਼ ਦੇਖਦੇ ਹਾਂ ਕਿ ਉਹਦੇ ਨੱਕ ਦੀ ਉੱਪਰਲੀ ਤਵਚਾ, ਜਿਹਨੂੰ ਕਿ ਆਪਾਂ ਮਜ਼ਲ ਕਹਿ ਦਿੰਦੇ ਹਾਂ, ਉਹਦੇ ਤੇ ਥੋੜਾ ਥੋੜਾ ਮੁੜਕਾ ਆ ਰਿਹਾ ਹੋਵੇ। ਇਹ ਇੱਕ ਤੰਦਰੁਸਤ ਪਸ਼ੂ ਦੀਆਂ ਨਿਸ਼ਾਨੀਆਂ ਹੈਗੀਆਂ। ਹਾਂਜੀ, ਇਹ ਨਿਸ਼ਾਨੀਆਂ ਨੇ ਤੰਦਰੁਸਤ ਪਸ਼ੂ ਦੀਆਂ। ਤੇ ਜ਼ਰੂਰਤ ਕੀ ਹੈ, ਮਹੱਤਤਾ ਕੀ ਇਹਦੀ? ਮਹੱਤਤਾ ਇਹਦੀ ਆਪਾਂ ਇਹਨੂੰ ਆਸਾਨ ਸ਼ਬਦਾਂ ਵਿੱਚ ਜੇ ਕਹਿਣਾ ਚਾਹੀਏ, ਮਹੱਤਤਾ ਇਹਦੀ ਇਹ ਹੈ ਕਿ ਪਸ਼ੂ
ਘੱਟ ਤੋਂ ਘੱਟ ਪੱਠਿਆਂ ਦੇ ਵਿੱਚ, ਘੱਟ ਤੋਂ ਘੱਟ ਫੀਡ ਦੇ ਵਿੱਚ ਆਪਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰੋਡਕਸ਼ਨ ਦੇਵੇ ਤੇ ਕੁਆਲਿਟੀ ਦੀ ਪ੍ਰੋਡਕਸ਼ਨ ਦੇਵੇ। ਜੇ ਤੰਦਰੁਸਤ ਹੋ ਤਾਂ ਹੀ ਦਊਗਾ। ਤੰਦਰੁਸਤ ਹੋਊਗਾ ਤਾਂ ਹੀ ਦਊਗਾ। ਬਹੁਤ ਸੋਹਣੀ ਤਰ੍ਹਾਂ ਡਾਕਟਰ ਸਾਹਿਬ ਨੇ ਐਕਸਪਲੇਨ ਕੀਤਾ। ਤੇ ਇੰਦਰਜੀਤ ਜੀ, ਜਦੋਂ ਆਪਾਂ ਗੱਲ ਕਰਦੇ ਹਾਂ ਵੀ ਆਮ ਪਸ਼ੂ ਪਾਲਕ ਜਿਹੜਾ ਉਹ ਚਾਹੁੰਦਾ ਵੀ ਮੇਰਾ ਜਿਹੜਾ ਲਵੇਰਾ ਉਹ ਤੰਦਰੁਸਤ ਹੀ ਰਵੇ, ਤਾਂ ਕਿਹੜੇ ਕਦਮ ਚੱਕੇ ਜਾਂ ਕੀ ਸਾਵਧਾਨੀ ਨੇ ਵਰਤੇ, ਤੁਸੀਂ ਉਹਨੂੰ ਕੀ ਗਾਈਡ ਕਰਨਾ ਚਾਹੋਗੇ ਕਿ ਉਹਦਾ ਧੰਦਾ ਲਾਹੇਵੰਦ ਰਵੇ? ਬਿਲਕੁਲ ਬਿਲਕੁਲ, ਕੋਈ ਵੀ ਨਹੀਂ ਚਾਹੁੰਦਾ ਕਿ ਉਹਦਾ ਪਸ਼ੂ ਢਿੱਲਾ ਮੱਠਾ ਹੋਵੇ, ਕੋਈ ਵੀ ਨਹੀਂ, ਸਭ ਚਾਹੁੰਦੇ ਆ ਕਿ ਉਹਦਾ ਪਸ਼ੂ ਜਿਹੜਾ ਵਾ ਸੁੱਖੀ ਸੰਦੀ ਵਸੇ, ਵੱਧ ਤੋਂ ਵੱਧ ਦੁੱਧ ਦੇਵੇ। ਹੁਣ ਆਮ ਪਸ਼ੂ ਪਾਲਕ ਦੇ ਵਿੱਚ ਕਈ ਵਾਰੀ ਇਹ ਹੋ ਜਾਂਦਾ ਕਿ ਇੱਕ ਤਾਂ ਘੋਲੋਂ ਪਸ਼ੂ ਬੇਜ਼ਬਾਨ ਹੈ, ਉਹ ਦੱਸਦਾ ਨਹੀਂਗਾ, ਪਰ ਉਹ ਅਲਾਮਤਾਂ ਬਾਰੇ ਇੰਡੀਕੇਸ਼ਨ ਜਾਂ ਇਸ਼ਾਰਾ ਜ਼ਰੂਰ ਕਰ ਦਿੰਦਾ। ਜਿਵੇਂ ਡਾਕਟਰ ਸਾਹਿਬ ਨੇ ਦੱਸਿਆ, ਅਗਾਲੀ ਨਹੀਂ ਕਰਦਾ, ਤਾਂ ਇਹਦਾ ਮਤਲਬ ਜੇ ਅਗਾਲੀ ਨਹੀਂ ਕਰਦਾ, ਜਾਂ ਉਹ ਮੋਕ ਮਾਰਦਾ ਹੈ, ਜਾਂ ਉਹ ਕਬਜੀ ਕਰਦਾ ਹੈ, ਜਾਂ ਉਹਨੂੰ ਕੋਈ ਪਿਸ਼ਾਬ 'ਚ ਕੋਈ ਲੋਹ ਮੂਤਰ ਜਾਂ ਲਾਲ ਰੰਗ ਦਾ ਪਿਸ਼ਾਬ ਹੁੰਦਾ, ਪੀਲੇ ਰੰਗ ਦਾ ਹੁੰਦਾ, ਤਾਂ ਅਸੀਂ ਉਸ ਵੇਲੇ ਘੋਲੋਂ ਕਰ ਦਿੰਦੇ ਹਾਂ। ਇੱਕ ਤਾਂ ਇਹ, ਇੱਕ ਜਦੋਂ ਅਸੀਂ ਥੋੜ੍ਹਾ ਪਤਾ ਵੀ ਲੱਗ ਜਾਂਦਾ, ਫਿਰ ਅਸੀਂ ਨੀਮ ਹਕੀਮ, ਜਿਵੇਂ ਖਤਰਾ ਜਾਨ ਆਪਾਂ ਪਹਿਲਾਂ ਵੀ ਗੱਲ ਕਰਦੇ ਹਾਂ, ਉਹ ਧਾਗੇ ਧੌਲੇ ਦੇਸੀ ਓੜ ਪੋੜ ਜੀ। ਉਸ ਤੋਂ ਬਾਅਦ ਫਿਰ ਉਹ ਕਹਿੰਦੇ ਵੀ ਹੁਣ ਸਿਆਣੇ ਕੋਲੇ ਚੱਲੋ। ਸਿਆਣੇ ਤੋਂ ਬਾਅਦ ਫਿਰ ਡਾਕਟਰ ਕੋਲੇ ਆਉਂਦੇ ਨੇ। ਮੈਂ ਕਹਿੰਦਾ ਕਿ ਜਦੋਂ ਤੁਹਾਨੂੰ ਦੇਖੋ ਸਰੀਰ ਆਪਣਾ ਸਰੀਰ ਆ 80 ਕਿਲੋ ਦਾ, 90 ਕਿਲੋ ਦਾ, ਉਹ 400-500 ਕਿਲੋ ਦਾ ਜਾਨਵਰ ਹੈ ਯਾਰ। ਉਹਨੂੰ ਜਦੋਂ ਵੀ ਮਾੜੀ ਮੋਟੀ ਅਲਾਮਤ ਆਉਂਦੀ ਹੈ ਤਾਂ ਇਮੀਡੀਏਟਲੀ ਆਪਦੇ ਵੇਰਕਾ ਦੇ ਡਾਕਟਰ ਦੇ ਨਾਲ, ਆਪਣੇ ਪਸ਼ੂ ਪਾਲਣ ਵਿਭਾਗ ਦੇ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਜਦੋਂ ਵੀ ਉਹ ਅਲਾਮਤ ਆਉਂਦੀ ਹੈ ਤਾਂ ਉਸ ਨੂੰ ਨਾਲ ਦੀ ਨਾਲ ਨਿਪਦਾਈ, ਆਪਾਂ ਕਹਿੰਦੇ ਇਲਾਜ ਨਾਲ ਪਰਹੇਜ਼ ਚੰਗਾ, ਅਤੇ ਉਹਦੇ ਨਾਲ ਕੀਤਾ ਜਾਂਦਾ। ਇੱਕ ਮੈਂ ਪਿੱਛੇ ਜਦੋਂ LST ਜਾਂ ਲੰਪੀ ਸਕਿਨ ਦੀ ਬਿਮਾਰੀ ਫੈਲੀ ਨਾ, ਇਹਦੇ ਵਿੱਚ ਇੱਕ ਸ਼ਬਦ ਬਾਇਓਸਿਕਿਉਰਿਟੀ ਹੈ। ਇਹ ਨਾ ਕਿਤੇ ਆਪਣੇ ਨਾਮ ਨਿਸ਼ਾਨ ਨਹੀਂ ਹੈ ਇੰਡੀਆ 'ਚ, ਪੰਜਾਬ 'ਚ ਤਾਂ ਚਲੋ ਹੈ ਜੀ, ਥੋੜ੍ਹਾ ਬਹੁਤਾ ਲੋਕਾਂ ਨੂੰ ਥੋੜ੍ਹੀ ਬਹੁਤੀ ਫਿਰ ਵੀ ਸਮਝ ਹੈ। ਜਦੋਂ ਪਸ਼ੂ ਨੂੰ ਚਾਹੇ ਉਹ ਮੂੰਹ ਖੋਰਾ ਹੈ, ਚਾਹੇ ਕੋਈ ਹੋਰ ਅਲਾਮਤ ਹੈ, ਤਾਂ ਉਦੋਂ ਆਲੇ ਦੁਆਲੇ 'ਚ ਉਹਨੂੰ ਬੈਨ ਕਰ ਦਿਓ, ਲੋਕਾਂ ਨੂੰ ਉੱਥੇ ਨਾ ਆਉਣ ਦਿਓ ਘਰ ਵਿੱਚ, ਫਾਰਮ ਦੇ ਵਿੱਚ। ਉਸ ਨੂੰ ਬਿਲਕੁਲ ਆਈਸੋਲੇਸ਼ਨ ਕਰ ਦਿਓ। ਹਾਂਜੀ, ਪਾਸੇ ਕਰਕੇ ਰੱਖੋ। ਉਹ ਆਪਾਂ ਨਹੀਂ ਕਰਦੇ। ਜਦੋਂ ਫਿਰ ਅਲਾਮਤ ਫੈਲ ਜਾਂਦੀ ਹੈ, ਫਿਰ ਆਪਾਂ ਜੋ ਮਰਜ਼ੀ ਕਰੀ ਚੱਲੀਏ, ਫਿਰ ਉਹ ਸਾਡੇ ਵੱਸ ਦੀ ਗੱਲ ਨਹੀਂ ਰਹਿੰਦੀ। ਅੱਗੇ ਤੋਂ ਇਹੋ ਜਿਹੀਆਂ ਅਲਾਮਤਾਂ ਵੈਸੇ ਤਾਂ ਪ੍ਰਮਾਤਮਾ ਕਰੇ ਨਾ ਆਉਣ, ਪਰ ਇੱਕ ਹੈ ਕਿ ਜਦੋਂ ਪਸ਼ੂ ਢਿੱਲਾ ਮੱਠਾ ਹੈ, ਆਈਸੋਲੇਸ਼ਨ ਰੂਮ ਜਾਂ ਉਹਨੂੰ ਵੱਖਰਾ ਕਰ ਦਈਏ, ਉਹਦੇ ਨਾਲ ਕੀ ਆ ਕਿ ਉਹ ਜਿਹੜਾ ਵਾ ਦੂਜੇ ਪਸ਼ੂ ਨੂੰ ਬਿਮਾਰ ਹੋਣ ਤੋਂ ਬਚਾਇਆ ਜਾ ਸਕਦਾ। ਪਰ ਇਸ ਗੱਲ ਡਾਕਟਰ ਸਾਹਿਬ ਅੱਗੇ ਤੁਰਦੇ ਆਪਾਂ ਕਿ ਹੁਣ ਤਾਂ ਇਹ 2-3 ਸਾਲ ਜਿਹੜੀ ਕਰੋਪੀ ਆਪਾਂ ਸਾਰੇ ਦੁਨੀਆ ਨੇ ਹੰਢਾਈ ਆ ਕਰੋਨਾ ਦੀ, ਉਸ ਕਰੋਪੀ ਨੇ ਆਮ ਬੰਦੇ ਨੂੰ ਵੀ ਕੁਆਰੰਟਾਈਨ ਜਾਂ ਆਈਸੋਲੇਸ਼ਨ ਜਾਣੂ ਕਰਾਤਾ ਵੀ ਆਪਾਂ ਵੱਖਰੇਵਾਂ ਰੱਖਣਾ। ਤਾਂ ਤੁਸੀਂ ਡਾਕਟਰ ਹੈਗੇ ਆ, ਜਿਹੜੀ ਗੱਲ ਇਹਨਾਂ ਨੇ ਕੀਤੀ ਆਪਾਂ ਅੱਗੇ ਤੁਰਦੇ ਆ ਕਿ ਜਦੋਂ ਬਿਮਾਰੀ ਆਇਡੈਂਟੀਫਾਈ ਹੋ ਗਈ ਤਾਂ ਪਸ਼ੂ ਨੂੰ ਆਈਸੋਲੇਟ ਕਰੀਦਾ ਕਿਵੇਂ ਆ? ਪਸ਼ੂ ਨੂੰ ਆਈਸੋਲੇਟ ਪਹਿਲਾਂ ਤਾਂ ਜਦੋਂ ਬਿਮਾਰੀ ਆਪਣੀ ਆਇਡੈਂਟੀਫਾਈ ਹੋ ਗਈ, ਇੱਕ ਹੁੰਦੀ ਆ ਬੇਸਿਕ, ਆਪਾਂ ਉਹਨੂੰ ਕਹਿ ਦਿੰਦੇ ਹਾਂ ਸਕਰੀਨਿੰਗ, ਕਿ ਇੱਕ ਵਾਰੀ ਆਪਾਂ ਸਕਰੀਨਿੰਗ ਕਰ ਲਈ ਕਿ ਆਹ ਪਸ਼ੂ ਆਪਣੇ ਹਰਡ, ਜਿਵੇਂ ਮੰਨ ਲਓ ਕਿਸੇ ਕੋਲ 10 ਪਸ਼ੂ ਨੇ, ਝੁੰਡਵਾ, ਉਹਦੇ ਵਿੱਚੋਂ ਸਕਰੀਨ ਕਰਨਾ ਕਿ ਮੇਰੇ 10 ਵਿੱਚੋਂ ਕੋਈ ਬਿਮਾਰ ਹੈਗਾ। ਇੱਕ ਪਸ਼ੂ ਪਤਾ ਲੱਗ ਗਿਆ ਵੀ ਮੇਰੇ 10 'ਚ ਕੋਈ ਨਾ ਕੋਈ ਬਿਮਾਰ ਆ। 10 ਦੇ ਵਿੱਚੋਂ ਉਸ ਤੋਂ ਬਾਅਦ ਹੁੰਦਾ ਇੱਕ ਪ੍ਰੋਪਰ ਟੈਸਟਿੰਗ ਕਰਨੀ ਉਹਨਾਂ ਦੀ, 10 ਦੇ ਵਿੱਚੋਂ ਕਿਹੜਾ ਬਿਮਾਰ ਆ। ਜਦ ਪਤਾ ਲੱਗ ਗਿਆ ਕਿ 10 ਦੇ ਵਿੱਚੋਂ ਆਹ ਪਸ਼ੂ ਬਿਮਾਰ ਆ, ਆਪਣੀ ਫਾਰਮ ਦੇ ਵਿੱਚ ਇੱਕ ਏਰੀਆ ਹੋਣਾ ਚਾਹੀਦਾ ਵਾ, ਜਿਹਨੂੰ ਆਪਾਂ ਕੁਆਰੰਟਾਈਨ ਏਰੀਆ ਕਹਿ ਸਕਦੇ ਹਾਂ। ਉਸ ਪਸ਼ੂ ਦਾ ਪੱਠਾ ਪਾਣੀ ਉੱਥੇ ਅਲੱਗ ਹੋਊਗਾ। ਉਸ ਪਸ਼ੂ ਨੂੰ ਪੱਠੇ, ਸਾਰੇ ਪਸ਼ੂਆਂ ਨੂੰ ਪੱਠੇ ਪਾਉਣ ਤੋਂ ਬਾਅਦ ਵਿੱਚ ਪਾਏ ਜਾਣਗੇ, ਨਾ ਕਿ ਪਹਿਲਾਂ। ਉਸ ਪਸ਼ੂ ਤੇ ਸਭ ਤੋਂ ਉਦੋਂ ਜਾਇਆ ਜਾਊਗਾ ਜਦੋਂ ਆਪਾਂ ਫਾਰਮ ਤੋਂ ਆਪਦਾ ਕੰਮ ਨਿਬੇੜ ਕੇ ਜਾ ਰਹੇ ਹਾਂ। ਉਸ ਪਸ਼ੂ ਨੂੰ ਬਿਲਕੁਲ ਅਲੱਗ ਰੱਖਣਾ ਵਾ। ਉਸ ਪਸ਼ੂ ਦੇ ਕੋਲ ਜਿਹੜਾ ਬੰਦਾ ਵਾ ਉਹ ਸਭ ਤੋਂ ਆਖਿਰ ਵਿੱਚ ਜਾਊਗਾ, ਨਾ ਕਿ ਸਭ ਤੋਂ ਪਹਿਲਾਂ ਵਿੱਚ ਜਾਊਗਾ, ਤਾਂ ਕਿ ਬਾਕੀ ਪਸ਼ੂਆਂ ਦਾ ਬਚਾਅ ਹੋ ਸਕੇ। ਇੱਕ ਚੀਜ਼ ਆਪਾਂ ਹੋਰ ਇਹਦੇ ਵਿੱਚ ਧਿਆਨ ਕਰ ਸਕਦੇ ਹਾਂ, ਥੋੜੀ ਜਿਹੀ ਜ਼ਿਆਦਾ ਟੈਕਨੀਕਲ ਹੋ ਜਾਂਦੀ ਆ, ਕਿ ਹਵਾ ਦੀ ਦਿਸ਼ਾ, ਜਿਹੜੀ ਹਵਾ ਦੀ ਦਿਸ਼ਾ ਵਾ, ਉਹ ਪਸ਼ੂ ਦਾ ਜਿਹੜਾ ਏਰੀਆ, ਕੁਆਰੰਟਾਈਨ ਏਰੀਆ, ਉਹ ਫਾਰਮ ਦੇ ਆਪਣੇ ਉਸ ਹਿੱਸੇ ਵਿੱਚ ਹੋਣਾ ਚਾਹੀਦਾ ਵਾ ਜਿੱਥੇ ਹਵਾ ਸਭ ਤੋਂ ਆਖਿਰ ਵਿੱਚ ਜਾ ਰਹੀ ਆ, ਕਿ ਫਾਰਮ ਤੋਂ ਬਾਹਰ ਨਿਕਲ ਰਹੀ ਆ ਹਵਾ, ਉਸ ਨੁੱਕਰ ਦੇ ਵਿੱਚ ਆਪਾਂ ਉਹ ਕੁਆਰੰਟਾਈਨ ਵਾਲਾ ਏਰੀਆ ਰੱਖਣਾ ਚਾਹੀਦਾ ਆਪਾਂ ਨੂੰ ਪਸ਼ੂ ਦਾ। ਤੇ ਡਾਕਟਰ ਸਾਹਿਬ, ਤੁਸੀਂ ਡਾਕਟਰ ਹੈਗੇ ਆ ਤੇ ਤੁਸੀਂ ਆਪ ਗੜਵਾਸੂ ਤੋਂ ਬਕਾਇਦਾ ਡਿਗਰੀ ਕਰਕੇ ਮਿਲਕਫੈਡ ਜੁਆਇਨ ਕੀਤੀ ਆ, ਬਤੌਰ ਅਸਿਸਟੈਂਟ ਮੈਨੇਜਰ ਕੰਮ ਕਰ ਰਹੇ ਹੋ। ਤੁਹਾਡਾ ਪਿੰਡਾਂ 'ਚ ਬਹੁਤ ਵਾਹ ਪੈਂਦਾ, ਡਾਕਟਰ ਦੇ ਤੌਰ ਤੇ ਤੁਸੀਂ ਜਾਣਦੇ ਆ, ਤਾਂ ਤੁਸੀਂ ਕਿਹੜੀਆਂ ਬਿਮਾਰੀਆਂ ਪਸ਼ੂਆਂ ਦੀਆਂ ਜ਼ਿਆਦਾ ਤੁਹਾਡੇ ਮੂਹਰੇ ਆਉਂਦੀਆਂ, ਤੇ ਉਹਨਾਂ ਬਿਮਾਰੀਆਂ ਤੋਂ ਬਾਅਦ ਦੁੱਧ ਵਿੱਚ, ਜਿਵੇਂ ਆਪਾਂ, ਮੈਂ ਤਾਂ ਲੇਮੈਨ ਆ, ਪਰ ਸੁਣਦੇ ਆ ਐਫਲਾਟੌਕਸਿਨ, ਅਸੀਂ ਕਹਿੰਦੇ ਐਂਟੀਬਾਇਓਟਿਕ ਰੈਜ਼ੀਡਿਊ, ਤਾਂ ਆਪਾਂ ਗੱਲ ਕਰੀਏ ਐਫਲਾਟੌਕਸਿਨ ਦੀ, ਕਿ ਐਫਲਾਟੌਕਸਿਨ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਅਫਲਾਟੌਕਸਿਨ ਨੂੰ ਆਪਾਂ ਆਸਾਨ ਪੰਜਾਬੀ ਵਿੱਚ ਸਿੱਧਾ ਕਹਿ ਸਕਦੇ ਹਾਂ ਉੱਲੀ ਜ਼ਹਿਰ। ਉੱਲੀ ਜ਼ਹਿਰ ਪਸ਼ੂ ਵਿੱਚ ਪਹੁੰਚਦਾ ਕਿਵੇਂ ਆ, ਜਾਂ ਉੱਲੀ ਜ਼ਹਿਰ ਹੈ ਕੀ? ਉੱਲੀ ਜ਼ਹਿਰ ਪਸ਼ੂਆਂ ਨੂੰ ਪਹੁੰਚਦਾ ਵਾ ਪਸ਼ੂਆਂ ਦੀ ਕਿਸੇ ਵੀ ਖਾਣ ਵਾਲੀ ਚੀਜ਼ ਤੋਂ। ਹੁਣ ਪਸ਼ੂ ਖਾਂਦੇ ਕੀ ਨੇ? ਪਸ਼ੂਆਂ ਦੀ ਫੀਡ ਤੋਂ, ਪਸ਼ੂਆਂ ਦੇ ਚਾਰੇ ਤੋਂ, ਹਰੇ ਚਾਰੇ ਤੋਂ, ਪਸ਼ੂਆਂ ਦੇ ਸਾਈਲੇਜ ਤੋਂ, ਜਾਂ ਪਸ਼ੂਆਂ ਨੂੰ ਆਪਾਂ ਜਿਹੜੀਆਂ ਚੀਜ਼ਾਂ ਵਿੱਚ, ਜਿਵੇਂ ਆਪਾਂ ਖੁਰਲੀ ਵਿੱਚ ਪੱਠੇ ਪਾ ਰਹੇ, ਖੁਰਲੀ ਦੀ ਕੰਡੀਸ਼ਨ ਕੀ ਆ, ਇਹਨਾਂ ਸਭ ਚੀਜ਼ਾਂ ਤੋਂ ਉਹਨਾਂ ਦੇ ਵਿੱਚ ਪਹੁੰਚਦਾ ਵਾ ਉੱਲੀ ਜ਼ਹਿਰ। ਹੁਣ ਸਭ ਤੋਂ ਪਹਿਲਾਂ ਫੀਡ, ਜੇ ਆਪਾਂ ਫੀਡ ਦੀ ਗੱਲ ਕਰ ਲਈਏ, ਜੇ ਫੀਡ ਮਾੜੇ ਦਾਣੇ ਤੋਂ ਬਣੀ ਹੈ, ਕਈ ਵਾਰੀ ਮੱਕੀ ਟੁੱਟੀ ਹੁੰਦੀ ਆ ਜਾਂ ਦਾਣਾ ਖਰਾਬ ਹੁੰਦਾ ਵਾ, ਕਾਲੀ ਹੁੰਦੀ, ਖਰਾਬ ਕਣਕ ਹੁੰਦੀ ਆ, ਹਾਂਜੀ, ਤਾਂ ਜਿਹੜੀ ਫੀਡ ਆ ਅਗਰ ਉਹ ਖਰਾਬ ਬਣੀ ਹੋਈ ਆ,
ਉਹਦੇ ਵਿੱਚ ਉੱਲੀ ਜ਼ਹਿਰ ਪੈਦਾ ਹੋਊਗਾ। ਉੱਲੀ ਜ਼ਹਿਰ ਦੀ ਜਿਹੜੀ ਮਾਤਰਾ ਵਾ ਉਹ ਨਾਰਮਲ ਮਾਤਰਾ ਨਾਲੋਂ ਜ਼ਿਆਦਾ ਜਾਊਗੀ ਹੀ ਜਾਊਗੀ, ਉਹ ਆਪਣਾ ਪਸ਼ੂ ਖਰਾਬ ਹੋਊਗਾ। ਇਸੇ ਲਈ ਆਪਾਂ ਨੂੰ ਜਿਹੜੀ ਫੀਡ ਆ, ਸਭ ਤੋਂ ਪਹਿਲਾਂ ਇਹਦੇ ਵਿੱਚ ਜਿਹੜੀ ਫੀਡ ਆ ਉਹ ਆਪਾਂ ਨੂੰ ਇੱਕ ਪ੍ਰੋਪਰ ਸੋਰਸ ਤੋਂ ਬਾਏ ਕਰਨੀ ਚਾਹੀਦੀ ਹੈ ਕਿ ਜਿਹੜਾ ਸਰਟੀਫਾਈਡ ਪ੍ਰੋਡਿਊਸਰ ਹੋਵੇ ਫੀਡ ਦਾ, ਉਹਦੇ ਤੋਂ ਬਾਏ ਕਰਨੀ ਚਾਹੀਦੀ ਆ। ਇੱਕ ਆਪਾਂ ਇਹ ਵੀ ਦਿੱਕਤ ਦੇਖਦੇ ਹਾਂ ਕਿ ਖਾਸ ਕਰ ਲੋਕ ਜਿਹੜੀ ਪਿੰਡਾਂ ਵਿੱਚ ਆਪ ਫੀਡ ਤਿਆਰ ਕਰਾਉਂਦੇ ਨੇ, ਉਹਦੇ ਵਿੱਚ ਇਹ ਦਿੱਕਤ ਆਉਂਦੀ ਆ, ਅਫਲਾਟੌਕਸਿਨ ਦੀ ਦਿੱਕਤ ਆਉਂਦੀ ਆ। ਅਸੀਂ ਜਦੋਂ ਵੇਰਕਾ ਦੇ ਵਿੱਚ ਵੀ ਟੈਸਟਿੰਗ ਕਰਦੇ ਹਾਂ ਦੁੱਧ ਲੈਣ ਤੋਂ ਪਹਿਲਾਂ ਪਿੰਡਾਂ ਤੋਂ, ਜਦੋਂ ਅਫਲਾਟੌਕਸਿਨ ਦੀ ਟੈਸਟਿੰਗ ਕਰਾਈ ਅਸੀਂ ਵੱਡੇ ਪੱਧਰ ਤੇ, ਉਸ ਪੱਧਰ ਤੇ ਜਦੋਂ ਸਾਨੂੰ ਪਤਾ ਲੱਗਿਆ ਜਿਹੜੇ ਘਰਾਂ ਵਿੱਚ ਪ੍ਰੋਬਲਮ ਆ ਰਹੀ ਆ ਅਫਲਾਟੌਕਸਿਨ ਦੀ, ਉਹ ਘਰਾਂ 'ਚ 70% ਤੱਕ ਘਰ ਆਪ ਦੀ ਫੀਡ ਤਿਆਰ ਕਰਕੇ ਪਾ ਰਹੀ ਸੀ। ਲੋਕ ਜਾਣੂ ਨਹੀਂ ਸੀ ਇਸ। ਐਸਟੈਬਲਿਸ਼ ਹੋ ਗਿਆ ਉੱਥੋਂ ਆਈ ਹੈ। ਹਾਂਜੀ, ਐਸਟੈਬਲਿਸ਼ ਹੋ ਗਿਆ ਜੀ, ਉੱਥੋਂ ਆਈ ਆ। ਦੂਸਰੇ ਕਾਰਨ ਵੱਲ ਵੱਧਦੇ ਆ, ਅੱਜ ਕੱਲ੍ਹ ਪੰਜਾਬ ਵਿੱਚ ਆਪਣੇ ਸਾਈਲੇਜ ਦਾ ਕਲਚਰ ਬਹੁਤ ਜ਼ਿਆਦਾ ਚੱਲ ਰਿਹਾ। ਹਾਂਜੀ, ਸਾਈਲੇਜ ਪ੍ਰੋਡਕਸ਼ਨ ਦੇ ਵਿੱਚ ਉੱਲੀ ਲੱਗਣਾ ਬਹੁਤ ਨਾਰਮਲ ਗੱਲ ਆ, ਬਹੁਤ ਆਸਾਨੀ ਨਾਲ। ਹਾਂਜੀ, ਮੋਇਸਚਰ ਥੋੜਾ ਜਿਹਾ ਵੀ ਉੱਪਰ ਥੱਲੇ ਹੋ ਜਾਵੇ ਉੱਲੀ ਲੱਗ ਜਾਂਦੀ ਆ। ਉੱਲੀ ਦੇ ਨਾਲ ਉੱਲੀ ਦਾ ਜ਼ਹਿਰ ਬਣਦਾ, ਅਫਲਾਟੌਕਸਿਨ ਬਣਦਾ ਵਾ। ਆਪਾਂ ਉਸ ਚੀਜ਼ ਦੀ ਧਿਆਨ ਨਹੀਂ ਰੱਖਦੇ, ਆਪਾਂ ਉਹ ਪਾ ਦਿੰਨੇ ਆਪਣੇ ਪਸ਼ੂਆਂ ਨੂੰ। ਇਹ ਕਾਰਨ ਹੋ ਗਏ। ਲੱਛਣ ਰੋਕਥਾਮ ਕੀ ਇਹਦੇ? ਲੱਛਣ ਇਹਦੇ ਇਹ ਆ ਕਿ ਪਸ਼ੂ ਦੀ ਪ੍ਰੋਡਕਸ਼ਨ ਘਟ ਜਾਂਦੀ ਆ, ਪਸ਼ੂ ਦੀ ਸਿਹਤ, ਇਮਿਊਨਿਟੀ ਜਿਹਨੂੰ ਆਪਾਂ ਕਹਿ ਦਿੰਦੇ, ਇਮਿਊਨ ਸਿਸਟਮ ਡਾਊਨ ਚਲਣ ਜਾਣ ਲੱਗਦਾ ਵਾ, ਉਹਦਾ ਹਰ ਇੱਕ ਸਿਸਟਮ ਅਫੈਕਟ ਹੁੰਦਾ ਵਾ, ਇੱਕ ਪਸ਼ੂ ਰਿਪੀਟਰ ਹੋ ਜਾਂਦਾ ਵਾ। ਤੇ ਰੋਕਥਾਮ ਜਿਹੜੀ ਕੀ ਆ ਫਿਰ? ਰੋਕਥਾਮ ਇਹਦੇ ਇਹੀ ਆ, ਸਭ ਤੋਂ ਪਹਿਲਾਂ ਤੇ ਤਾਂ ਬਚਾਅ ਹੀ ਕਰਨਾ ਚਾਹੀਦਾ ਵਾ, ਕਿਉਂਕਿ ਇਹਦੇ ਲਈ ਅਫਲਾਟੌਕਸਿਨ ਬਾਈਂਡਰ ਨਾਮ ਦੀ ਇੱਕ ਮੈਡੀਸਿਨ ਆਉਂਦੀ ਆ ਜਿਹਦੇ ਤੇ ਹਾਲੇ ਰਿਸਰਚ ਚੱਲ ਰਹੀ ਆ। ਉਹ ਹਾਲੇ ਸ਼ੁਰੂਆਤੀ ਪੱਧਰਾਂ ਦੇ ਵਿੱਚ ਉਹ ਮੈਡੀਸਿਨ ਇੰਨੀ ਪ੍ਰਚਲਿਤ ਨਹੀਂ ਗੀ, ਹਾਲੇ ਬਾਜ਼ਾਰ ਦੇ ਵਿੱਚ ਆਈ ਨਹੀਂ ਗੀ। ਤਾਂ ਇਹਦਾ ਸਭ ਤੋਂ ਪਹਿਲਾਂ ਰੋਕਥਾਮ ਇਹ ਹੈ ਕਿ ਜਿਹੜੀ ਫੀਡ ਆ ਉਹ ਪ੍ਰੋਪਰ ਸਰੋਤਾਂ ਤੋਂ ਪਾਈ ਜਾਵੇ, ਇੱਕ ਸਰਟੀਫਾਈਡ ਸੋਰਸ ਤੋਂ ਲੈ ਕੇ ਪਾਈ ਜਾਵੇ। ਡਰਾਈ ਹੋਵੇ, ਜਿਹੜੀ ਕੰਪਨੀ ਫੀਡ ਬਣਾ ਰਹੀ ਉਹ ਪ੍ਰੋਪਰ ਸਰਟੀਫਾਈਡ ਕੰਪਨੀ ਹੋਵੇ। ਹਾਂਜੀ, ਉਹਨੂੰ ਮਾਰਕਾ ਹੋਵੇ। ਸਾਈਲੇਜ ਮੇਕਿੰਗ ਪ੍ਰੋਪਰ ਹੋਵੇ। ਉੱਲੀ ਵਾਲਾ ਜਿਹੜਾ ਸਾਈਲੇਜ ਉਹ ਨਹੀਂ ਪਾਉਣਾ। 6-6 ਇੰਚ ਸਾਈਲੇਜ ਝਾੜਨਾ ਵਾ, ਅਗਰ ਤੁਸੀਂ ਨਹੀਂ ਵੀ ਪਾ ਰਹੇ ਆਪਦੇ ਟੋਏ ਤੋਂ ਡੇਲੀ ਝਾੜਨਾ ਵਾ। ਹਾਂਜੀ, ਤਾਂ ਕਿ ਉੱਥੇ ਉੱਲੀ ਨਾ ਲੱਗੇ। ਉਸ ਤੋਂ ਬਾਅਦ ਜਿਹੜੀ ਆਪਣੀਆਂ ਖੁਰਲੀਆਂ ਵਾ ਉਹਨਾਂ ਵਿੱਚ ਪਏ ਹੋਏ ਪੱਠੇ, ਬਹੇ ਪਏ ਹੋਏ ਪੱਠੇ, ਜਾਂ ਫਿਰ ਜਿਹੜੀਆਂ ਬਹੀਆਂ ਰੋਟੀਆਂ ਆਪਾਂ ਪਾ ਦਿੰਦੇ ਆ, ਉਹਨਾਂ ਚੀਜ਼ਾਂ ਨਾਲ ਵੀ ਉੱਲੀ ਜ਼ਹਿਰ ਫੈਲਦਾ ਵਾ। ਸਦਾ ਇੰਦਰਜੀਤ ਸਿੰਘ ਜੀ, ਗੱਲ ਚੱਲ ਰਹੀ ਐਫਲਾਟੌਕਸਿਨ ਦੀ। ਡਾਕਟਰ ਸਾਹਿਬ ਨੇ ਲੱਛਣ ਦੱਸਤੇ, ਰੋਕਥਾਮ ਦੇ ਉਪਾਅ ਦੱਸਤੇ, ਤੇ ਸਰਕਾਰ ਵੱਲੋਂ ਕੋਈ ਐਸੀ ਕਾਰਵਾਈ ਵਿਚਾਰਧੀਨ ਹੈਗੀ ਆ ਕਿ ਐਫਲਾਟੌਕਸਿਨ ਨੂੰ ਕਿਵੇਂ ਰੋਕਣਾ? ਇਸ ਤੋਂ ਪਹਿਲਾਂ ਕਿ ਆਪਾਂ ਇਸ ਵਿਸ਼ੇ ਤੇ ਆਈਏ, ਮੈਂ ਥੋੜਾ ਜਿਹਾ, ਡਾਕਟਰ ਸਾਹਿਬ ਨੇ ਬੜਾ ਸੋਹਣਾ ਵੈਸੇ ਦੱਸਿਆ ਸਾਰੀ ਗੱਲਬਾਤ। ਇਹ ਜਿਹੜਾ ਇੰਟਰਨੈਸ਼ਨਲ ਸਟੈਂਡਰਡ ਹੈ ਨਾ ਦੁੱਧ ਦਾ, ਜਾਂ ਦੁੱਧ ਪਦਾਰਥਾਂ ਦਾ, ਉਹ 'ਚ ਇੱਕ ਮਾਈਕੋਟੌਕਸਿਨ ਜਿਹੜਾ M1 ਉਹਦਾ ਲੈਵਲ ਹੈ 5 ppb ਪਾਰਟ ਪਰ ਬਿਲੀਅਨ, 1 ਲੱਖ ਦੇ ਵਿੱਚ ਸਿਰਫ 5। ਉਹ ਮੇਨਟੇਨ ਕਰਨ ਵਾਸਤੇ ਜਿਹੜਾ ਸਾਡਾ ਖਾਦ ਖੁਰਾਕ ਹੈ, ਚਾਹੇ ਉਹ ਇਹਨਾਂ ਨੇ ਸਾਈਲੇਜ ਦੀ ਗੱਲ ਕੀਤੀ ਹੈ, ਚਾਹੇ ਫੀਡ ਦੀ ਗੱਲ ਕੀਤੀ ਹੈ, ਅੱਜ ਜਿਹੜੀਆਂ ਅਸੀਂ ਕੋਈ ਸੁੱਕੀਆਂ ਰੋਟੀਆਂ ਪਿੰਡਾਂ 'ਚ ਵੇਚਦੇ ਫਿਰਦੇ ਆ ਉਹਦੀ ਗੱਲ ਕੀਤੀ ਹੈ, ਉਦੋਂ ਤਾਂ ਆਪਾਂ ਕਹਿ ਦਿੰਦੇ ਆ ਵੀ ਸਸਤਾ ਪੈਂਦਾ ਸਰ, ਕੋਈ ਪ੍ਰੋਬਲਮ ਨਹੀਂ ਆਉਂਦੀ। ਪਰ ਜਦੋਂ ਇਹ ਮਾਈਕੋਟੌਕਸਿਨ ਲੈਵਲ ਕਿਤੇ ਵੱਧ ਜਾਂਦਾ ਹੈ ਤਾਂ ਫਿਰ ਇਹ ਪੱਕੀ ਸੰਭਾਵਨਾ ਹੈ, ਚਾਹੇ ਉਹ ਬੰਗਲਾਦੇਸ਼ ਨੂੰ ਘਿਓ ਜਾਵੇ, ਚਾਹੇ ਸ਼੍ਰੀਲੰਕਾ ਨੂੰ ਪਾਊਡਰ ਜਾਵੇ, ਤੇ ਚਾਹੇ ਨੇਪਾਲ ਨੂੰ ਕੋਈ ਮੱਖਣ ਜਾਂ ਕੋਈ ਹੋਰ ਚੀਜ਼ ਜਾਵੇ, ਤੇ ਉਹਨੇ ਵਾਪਸ ਆਉਣਾ ਹੀ ਆਉਣਾ ਹੈ। ਇਸ ਕਰਕੇ ਇਹ ਸਾਨੂੰ ਮੇਨਟੇਨ ਕਰਨਾ ਪਊਗਾ, ਏਜੰਸੀਆਂ ਨੂੰ ਵੀ, ਖਾਸ ਕਰਕੇ ਖਰੀਦ ਏਜੰਸੀਆਂ ਜਿੰਨੀਆਂ ਪ੍ਰਾਈਵੇਟ ਵਾਲੀਆਂ ਤੇ ਸਾਡੇ ਸਰਕਾਰੀ, ਉਹਨਾਂ ਨੂੰ, ਕਿ PPB ਜਿਹੜਾ ਦੁੱਧ ਦਾ ਉਹਨੂੰ ਜ਼ਰੂਰ ਨਾਪਣਾ ਪਊਗਾ। ਦੂਜੀ ਗੱਲ ਜਿੱਥੇ ਤੱਕ ਸਰਕਾਰ ਦੀ ਹੈ, ਕਿਉਂਕਿ ਇਹ ਜਿਹੜਾ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਸੀ, ਉਹਨਾਂ ਵੱਲੋਂ ਇਹਦੇ ਸਪੈਸੀਫਿਕੇਸ਼ਨਾਂ ਤਿਆਰ ਹੋ ਗਈਆਂ। ਇਹ ਸਪੈਸੀਫਿਕੇਸ਼ਨਾਂ ਦੱਸਦੇ ਮੈਂ ਸਾਰਿਆਂ ਨੂੰ ਕਿ ਉਹੀ ਸਪੈਸੀਫਿਕੇਸ਼ਨਾਂ ਨੇ ਦੋਸਤੋ ਜਿਹੜੀਆਂ ਬਿਊਰੋ ਆਫ ਇੰਡੀਅਨ ਸਟੈਂਡਰਡ ਨੇ ਬਣਾਈਆਂ ਹੋਈਆਂ ਨੇ, ਜਿਹਦੇ 'ਚ ਮੈਂ 20 ppb ਦੀ ਗੱਲ ਕਰਦਾ, ਚਾਹੇ ਫੀਡ ਹੈ, ਚਾਹੇ ਸਾਈਲੇਜ ਹੈ, ਚਾਹੇ ਕੋਈ ਹੋਰ ਰਾਸ਼ਨ ਹੈ। ਤੇ ਉਹ ਸਪੈਸੀਫਿਕੇਸ਼ਨਾਂ ਹੁਣ BIS ਵਾਲੀਆਂ ਫੂਡ ਸੇਫਟੀ ਵਾਲਿਆਂ ਨੇ 1 ਦਸੰਬਰ ਤੋਂ ਉਹਨਾਂ ਨੂੰ ਲਾਗੂ ਕਰ ਦਿੱਤਾ ਹੈ। ਪਰ ਉਹਦੇ ਵਾਸਤੇ ਬੇਨਤੀ ਹੈ ਕਿ ਜਿੰਨੇ ਮੈਨੂਫੈਕਚਰ ਨੇ, ਚਾਹੇ ਉਹ ਫੀਡ ਬਣਾਉਂਦੇ ਨੇ, ਚਾਹੇ ਸਾਈਲੇਜ ਬਣਾਉਂਦੇ ਨੇ, ਉਹ ਆਪਣੇ ਆਪ ਨੂੰ ਨੇੜੇ ਦੇ ਫੂਡ ਸੇਫਟੀ ਅਫਸਰ ਕੋਲ ਜਾ ਕੇ ਲਾਇਸੈਂਸ ਲੈ ਲੈਣ, ਔਰ ਲਾਇਸੈਂਸ ਨੰਬਰ ਆਪਣੇ ਬੈਗ ਦੇ ਉੱਤੇ ਪੈਕ ਦਿੱਤੇ, ਜਾਂ ਜੋ ਵੀ ਉਹਦਾ ਪੈਕਿੰਗ ਹੈਗੀ ਉਹਦੇ ਉੱਤੇ ਲਿਖਣ। ਦੂਜੀ ਗੱਲ, ਉਹਦੇ ਵਿੱਚ ਉਹ ਉਸ ਨੂੰ ਮੇਨਟੇਨ ਕਰਨ, ਔਰ ਉਹਦੇ ਵਿੱਚ ਕਿਉਂਕਿ ਉਹਦੇ ਪਹਿਰਾ ਦੇਣ। ਉਹ ਕਿਉਂਕਿ ਫੂਡ ਸੇਫਟੀ ਦਾ ਫਿਰ ਤੁਹਾਨੂੰ ਪਤਾ ਹੈ ਕਿ ਅੱਗੇ ADC ਸਾਹਿਬ ਜਾਂ DC ਸਾਹਿਬ, ਉਹ ਬੜਾ ਭਾਰੀ ਜੁਰਮਾਨਾ ਪੈਂਦਾ। ਇੱਕ ਤਾਂ ਪਹਿਲੀ ਗੱਲ ਇਹ। ਦੂਜੀ ਗੱਲ, ਖਪਤਕਾਰ ਨੂੰ, ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ, ਮੈਂ ਤਾਂ ਇਹੀ ਬੇਨਤੀ ਕਰਦਾ ਵੀ ਯਾਰ ਇਹ ਆਪਾਂ, ਮੈਂ ਪਹਿਲਾਂ ਵੀ ਗੱਲ ਕਰਦਾ ਯਾਰ, ਬੜੀ ਸੋਹਣੀ ਗੱਡੀ ਲਈ ਆ, ਬੜਾ ਮੈਂ ਕਹਿੰਦਾ ਵੀ ਤੁਸੀਂ ਪੈਸੇ ਲਾਤੇ, 20 ਲੱਖ ਰੁਪਇਆ ਲਾਤਾ ਯਾਰ, ਮਿੱਟੀਆਂ ਦੇ ਥੋੜੀ ਪਾਉਣਾ ਆਪਾਂ। ਪ੍ਰੋਪਰ ਫੀਡ ਹਾਂ ਯਾਰ, ਪੈਟਰੋਲ ਪਾਉਣਾ ਹੈ ਗੁਰੂ, ਪੈਟਰੋਲ ਫੀਡ ਜਿਹੜੀ ਆ ਉਹ ਜਦੋਂ ਆਪਾਂ ਨੂੰ ਪਤਾ ਹੈ ਵੀ ਇਹ ਫੀਡ ਮਾੜੀ ਹੈ, ਤੇ ਆਪਾਂ 3 ਸਾਲ 4 ਸਾਲ ਉਹਨੂੰ ਪਾਲ ਲਿਆ ਪਸ਼ੂ ਨੂੰ, ਤੇ ਮੁੜ ਕੇ ਉਹ ਫਿਰ ਉਹ ਫੀਡ ਪਾ ਦਿੱਤੀ, ਤੇ ਉਹਦਾ 3 ਮਹੀਨਿਆਂ 'ਚ ਉਹਦਾ ਪੱਠਾ ਪੈ ਕੇ ਬਹਿ ਜਾਂਦਾ, ਫਿਰ ਉਹ ਸੜਕ ਤੇ ਆ ਜਾਂਦੀਆਂ, ਫਿਰ ਕਹਿੰਦੇ ਜੀ ਨੰਗਰ ਅਵਾਰਾ ਹੋ ਗਏ। ਤਾਂ ਵੀਰ, ਇਹ ਕਰਕੇ ਇਹਨਾਂ ਗੱਲਾਂ ਦਾ ਖਿਆਲ ਰੱਖੋ। ਸਰਕਾਰ ਜ਼ਰੂਰ ਕਰੂਗੀ, ਪਰ ਆਪਣੇ ਹੱਥੀਂ ਆਪਣਾ ਆਪੇ ਹੀ ਕਾਸ ਵਾਰੀਏ। ਤੇ ਡਾਕਟਰ ਸਾਹਿਬ, ਗੱਲ ਨੂੰ ਮੈਂ ਅੱਗੇ ਤੁਰਦਾ, ਆਪਾਂ ਗੱਲ ਕੀਤੀ ਐਫਲਾਟੌਕਸਿਨ ਦੀ। ਜੇ ਹੁਣ ਆਪਾਂ ਗੱਲ ਕਰੀ ਐਂਟੀਬਾਇਓਟਿਕ ਰੈਜ਼ੀਡਿਊਲ ਦੀ, ਜਾਂ ਮੈਂ ਸਰਲ ਭਾਸ਼ਾ ਗੱਲ ਕਰਾਂ ਕਿ ਦਵਾਈਆਂ ਜਿਹੜੀ ਦਿੰਦੇ ਆ, ਉਹਦੀ ਰਹਿੰਦ ਖੂੰਹਦ ਜਿਹੜੀ ਆ
ਉਹ ਕੀ ਨੁਕਸਾਨ ਕਰਦੀ ਆ ਤੇ ਇਹਦਾ ਹੱਲ ਕੀ ਕਰ ਸਕਦੇ ਆਪਾਂ? ਇਹਦਾ ਹੱਲ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਸਮਝਣਾ ਚਾਹੀਦਾ ਕਿ ਐਂਟੀਬਾਇਓਟਿਕ ਹੈ ਕੀ। ਐਂਟੀਬਾਇਓਟਿਕ ਹੀ ਹੈ ਕੀ, ਕਿਉਂਕਿ ਟੀਕੇ ਬਹੁਤ ਤਰ੍ਹਾਂ ਦੇ ਆਉਂਦੇ ਨੇ। ਐਂਟੀਬਾਇਓਟਿਕ ਸਰਲ ਭਾਸ਼ਾ ਵਿੱਚ ਉਹ ਟੀਕੇ ਨੇ ਜਿਹੜੇ ਜੀਵਾਣੂ ਆ, ਜਿਹੜੇ ਬਿਮਾਰੀਆਂ ਕਰਦੇ ਨੇ, ਜਿਵੇਂ ਬੈਕਟੀਰੀਆ ਹੋ ਗਏ ਜਾਂ ਫੰਗਸ ਹੋ ਗਏ, ਉਹਨਾਂ ਨੂੰ ਮਾਰਨ ਲਈ ਜਿਹੜੇ ਆਪਾਂ ਸੁੱਕੇ ਟੀਕੇ ਵਰਤਦੇ ਆ, ਜ਼ਿਆਦਾਤਰ ਉਹ ਐਂਟੀਬਾਇਓਟਿਕ ਹੁੰਦੇ ਨੇ। ਹੁਣ ਐਂਟੀਬਾਇਓਟਿਕ ਦੇ ਵਿੱਚ ਆਪਣੇ ਪੰਜਾਬ ਵਿੱਚ ਇਸ ਟਾਈਮ ਤੇ ਦਿੱਕਤ ਕੀ ਆ ਰਹੀ ਆ ਕਿ ਐਂਟੀਬਾਇਓਟਿਕ ਦੀ ਵਰਤੋਂ ਆਪਾਂ ਲੋੜ ਨਾਲੋਂ ਵੱਧ ਕਰ ਰਹੇ ਆ। ਇੱਕ ਵਾਰੀ ਜਦੋਂ ਐਂਟੀਬਾਇਓਟਿਕ ਸਰੀਰ ਦੇ ਵਿੱਚ ਚਲਾ ਗਿਆ, ਮੰਨ ਲਓ ਆਪਾਂ ਮੈਸਟਾਈਟਸ ਤੋਂ ਲਾ ਰਹੇ ਹਾਂ, ਉਹ ਉਹਦੇ ਲੇਵੇ ਵਿੱਚ ਜਾਊਗਾ, ਉੱਥੇ ਅਸਰ ਕਰੂਗਾ, ਉਹ ਲੇਵੇ ਤੋਂ ਦੁੱਧ ਦੇ ਵਿੱਚ ਵੀ ਆਉਂਦਾ ਵਾ। ਜਿਹੜਾ ਉਹ ਐਂਟੀਬਾਇਓਟਿਕ ਵਰਤੋਂ ਹੋ ਗਿਆ ਜੀਵੀਆਂ ਨੂੰ ਮਾਰਨ 'ਚ, ਜੀਵਾਣੂਆਂ ਨੂੰ ਮਾਰਨ ਦੇ ਵਿੱਚ, ਉਹਨਾਂ ਤੋਂ ਇਲਾਵਾ ਜਿਹੜਾ ਐਂਟੀਬਾਇਓਟਿਕ ਬਚ ਗਿਆ, ਜਦੋਂ ਉਹ ਸਰੀਰ ਦੇ ਵਿੱਚੋਂ ਬਾਹਰ ਆਉਂਦਾ ਵਾ, ਉਹਦੇ ਦੁੱਧ ਰਾਹੀਂ ਬਾਹਰ ਆਉਂਦਾ, ਉਹਦੇ ਪਿਸ਼ਾਬ ਰਾਹੀਂ ਬਾਹਰ ਆਉਂਦਾ, ਉਹਦੇ ਗੋਹੇ ਰਾਹੀਂ ਬਾਹਰ ਆਉਂਦਾ, ਉਹਨੂੰ ਕਹਿ ਦਈਦਾ ਵਾ ਐਂਟੀਬਾਇਓਟਿਕ ਰੈਜ਼ੀਡਿਊ। ਹਾਂਜੀ, ਰਹਿੰਦ ਖੂੰਹਦ। ਹੁਣ ਐਂਟੀਬਾਇਓਟਿਕ ਰੈਜ਼ੀਡਿਊ ਦਾ ਨੁਕਸਾਨ ਕੀ ਹੈ ਕਿ ਜਦੋਂ ਐਂਟੀਬਾਇਓਟਿਕ ਰੈਜ਼ੀਡਿਊ ਵਾਲਾ ਦੁੱਧ ਆਪਾਂ ਪੀਂਦੇ ਆ, ਇੱਕ ਵਾਰੀ ਐਂਟੀਬਾਇਓਟਿਕ ਲੱਗ ਗਿਆ, ਉਹਦੇ ਵਿੱਚ 3 ਜਾਂ 4 ਦਿਨ ਉਹ ਦੁੱਧ ਦੇ ਵਿੱਚ ਆਉਣਾ ਹੀ ਆਉਣਾ ਵਾ। ਉਹ ਵਾਲਾ ਦੁੱਧ ਜਦੋਂ ਆਪਾਂ ਪੀਂਦੇ ਆ, ਉਹ ਐਂਟੀਬਾਇਓਟਿਕ ਬਿਨਾਂ ਵਜ੍ਹਾ ਬੇਲੋੜਾ ਆਪਣੇ ਸਰੀਰ ਦੇ ਅੰਦਰ ਜਾ ਰਿਹਾ ਵਾ, ਉਹ ਆਪਾਂ ਨੂੰ ਵੀ ਨੁਕਸਾਨ ਕਰੂਗਾ। ਕਿਉਂਕਿ ਜਿਹੜੇ ਬੈਕਟੀਰੀਆ ਨੇ, ਜਿਹੜੇ ਪਰਜੀਵੀ ਨੇ, ਇਹ ਜਿਹੜੇ ਪਰਜੀਵੀ ਆ, ਇਹ ਸਿੱਖ ਜਾਂਦੇ ਆ ਕਿ ਅਸੀਂ ਇਹਨੂੰ ਐਂਟੀਬਾਇਓਟਿਕ ਨੂੰ ਚੱਲਣਾ ਕਿੱਦਾਂ ਵਾ, ਉਹਨਾਂ ਦੀ ਸ਼ਕਤੀ ਬਣ ਜਾਂਦੀ ਆ। ਹੁਣ ਆਪਾਂ ਨੂੰ ਕੱਲ ਨੂੰ ਕੋਈ ਬਿਮਾਰੀ ਹੋਊਗੀ, ਐਂਟੀਬਾਇਓਟਿਕ ਵਾਲਾ ਦੁੱਧ ਆਪਾਂ ਪੀ ਲਿਆ, ਉਹ ਬਿਮਾਰੀ ਆਪਾਂ ਨੂੰ ਹੋਗੀ, ਆਪਾਂ ਨੂੰ ਸੇਮ ਐਂਟੀਬਾਇਓਟਿਕ ਜਦੋਂ ਲੱਗਿਆ, ਆਪਣੇ ਸਰੀਰ ਦੇ ਵਿੱਚ ਉਹ ਅਸਰ ਬਿਲਕੁਲ ਨਹੀਂ ਕਰੂਗਾ। ਡਾਕਟਰ ਸਾਹਿਬ ਬਹੁਤ ਸੋਹਣੇ ਢੰਗ ਨਾਲ ਡਾਕਟਰ ਪ੍ਰਭਜੋਤ ਨੇ ਐਕਸਪਲੇਨ ਕੀਤਾ। ਔਰ ਮੈਨੂੰ ਯਾਦ ਆ ਰਿਹਾ ਕਿ ਜਦੋਂ ਮੈਂ ਮੱਖਫੀਡ ਵਿੱਚ ਲੰਬਾ ਸਮਾਂ ਸੇਵਾ ਕਰਦਾ ਸੀ, ਮੈਂ ਪੈਸਟੀਸਾਈਡ ਡੀਲ ਕੀਤੀਆਂ, ਉਹਦੇ ਵਿੱਚ ਕਾਫੀ ਅਰਸਾ ਪਹਿਲਾਂ ਤੁਹਾਨੂੰ ਵੀ ਯਾਦ ਹੋਊਗਾ DDT ਬੈਨ ਕਿਉਂ ਹੋਈ ਸੀ ਕਿ DDT ਜਿਹੜੀ ਆਪਾਂ ਯੂਜ਼ ਕਰਦੇ ਸੀਗੇ, ਕਹਿੰਦੇ ਸੀ ਔਰਤਾਂ ਦੇ ਦੁੱਧ ਵਿੱਚ ਵੀ DDT ਪਾਏਗੀ ਤੇ ਬੱਚਿਆਂ ਨੂੰ ਜਿਹੜਾ ਦੁੱਧ ਚੁਗਾਉਣੀ ਸੀ ਉਹਦੇ DDT ਦੇ ਅੰਸ਼ ਆ ਗਏ ਸੀ। ਇਸ ਕਰਕੇ ਸਰਕਾਰ ਨੇ ਸਖਤੀ ਨਾਲ DDT ਬੰਦ ਕਰਤੀ। ਆਪਾਂ ਬਚਪਨ 'ਚ DDT ਸੁਣਦੇ ਸੀਗੇ, ਉਹ ਬੰਦ ਕਿਉਂ ਕੀਤੀ ਆ? ਪੈਸਟੀਸਾਈਡ ਰੈਜ਼ੀਡਿਊ ਸੀਗਾ, ਉਹ ਰਹਿੰਦ ਖੂੰਹਦ ਜਿਹੜੀ ਉਹ ਤੰਗ ਕਰਦੀ, ਉਹੀ ਗੱਲ ਇੱਥੇ ਲਾਗੂ ਹੋ ਗਈ ਆ। ਤੇ ਡਾਕਟਰ ਸਾਹਿਬ ਅਖੀਰ 'ਚ ਆ ਗਏ ਪ੍ਰੋਗਰਾਮ ਦੇ, ਕਈ ਸਾਲਟ ਬੈਨ ਵੀ ਕੀਤੇ ਨੇ ਨਾ, ਕਈ ਸਾਲਟ ਇਸ ਤਰ੍ਹਾਂ ਦੇ ਜਿਹੜੇ ਬੈਨ ਵੀ ਕੀਤੇ ਨੇ, ਤੇ ਉਹ ਜਿਹੜੇ ਸਾਡੇ ਵੈਟਰਨਰੀਅਨ ਨੇ ਜਾਂ ਜਿਹੜੇ ਹੋਰ ਵੀ ਟ੍ਰੀਟਮੈਂਟ ਕਰਦੇ ਨੇ, ਆਪਣੇ ਪੱਧਰ ਤੇ ਵੀ ਕਾਫੀ ਲੋਕ ਟ੍ਰੀਟਮੈਂਟ ਕਰਦੇ ਨੇ, ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਜਿਹੜੇ ਬੈਂਡ ਆ ਉਹ ਬਿਲਕੁਲ ਨਾ ਵਰਤੋ। ਜਿਸ ਤਰ੍ਹਾਂ ਜਰਮਾ ਜੀ ਨੇ ਕਿਹਾ DDT, ਕੱਲ ਨੂੰ ਇਹੋ ਜਿਹੇ ਜਿਹੜੇ ਬੈਂਡ ਕਰਦੇ ਹੋ ਉਹ ਕਾਨੂੰਨ ਦੀ ਵੀ ਲੰਘਣਾ ਤੇ ਆਪਣੇ ਇਨਸਾਨੀਅਤ ਦੀ ਵੀ ਲੰਘਣਾ। ਮੈਂ ਇੱਥੇ ਆ ਰਿਹਾ ਸੀ ਆਪਣਾ ਇੰਦਰਜੀਤ ਜੀ ਕਿ ਜਿਹੜੀਆਂ ਗੱਲਾਂ ਡਾਕਟਰ ਸਾਹਿਬ ਨੇ ਕੀਤੀਆਂ ਵਾ, ਇਹਨਾਂ ਸਾਰੀਆਂ ਗੱਲਾਂ ਦੇ ਜੇ ਆਪਾਂ ਕਰੀਏ ਵੀ ਸ਼ਾਰਟ ਟਰਮ, ਲੌਂਗ ਟਰਮ, ਦੂਰਗਾਮੀ ਜਿਹੜੇ ਪ੍ਰਭਾਵ ਆ ਉਹ ਕੀ ਰਹਿਣਗੇ? ਦੇਖੋ, ਦੁੱਧ ਹਰ ਮਨੁੱਖ ਦੀ ਜ਼ਿੰਦਗੀ ਦਾ ਅਨਿੱਖੜ ਅੰਗ ਹੈ। ਜੰਮਦੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਅਸੀਂ ਦੁੱਧ ਦੀ ਵਰਤੋਂ ਕਰਦੇ ਹਾਂ, ਚਾਹੇ ਘਿਓ ਦੇ ਰੂਪ 'ਚ, ਚਾਹੇ ਅਸੀਂ ਦੁੱਧ ਦੇ ਰੂਪ 'ਚ, ਚਾਹੇ ਅਸੀਂ ਕਿਸੇ ਬੇਬੀ ਫੂਡ ਦੇ ਰੂਪ 'ਚ, ਚਾਹੇ ਵਿਆਹ ਸ਼ਾਦੀਆਂ 'ਚ ਪਨੀਰ ਆ ਜਾਂ ਹੋਰ ਹੈ। ਇਸ ਕਰਕੇ ਜਿਹੜਾ ਸ਼ਾਰਟ ਟਰਮ ਆ ਉਹ ਤਾਂ ਵੀਰ ਇਹੀ ਆ ਕਿ ਜੇ ਆਪਾਂ ਜ਼ਹਿਰ ਮੁਕਤ, ਜਾਂ ਮੈਂ ਨਹੀਂ ਕਹਿ ਸਕਦਾ, ਜੇ ਆਪਾਂ ਹਾਈਵੀ ਐਂਟੀਬਾਇਓਟਿਕਸ ਜਾਂ ਹਾਈਲੀ ਜਿਹੜਾ ਅਫਲਾਟੋਕਸਿਨ ਵਾਲਾ ਜਿਹੜਾ ਦੁੱਧ ਜਾਂ ਸੋਮੈਟਿਕ ਸੈੱਲ ਦੀ ਗੱਲ ਕਰਾਂਗੇ, ਉਹ ਪਿਆਵਾਂਗੇ ਤਾਂ ਅਲਟੀਮੇਟਲੀ ਸਾਡੀ ਜਿਹੜੀ ਇਮਿਊਨਿਟੀ ਆਪਣੀ ਵੀ ਡਾਊਨ ਹੋ ਜਾਣੀ ਆ। ਆਪਣੀ ਵੀ ਜਿਹੜੀ ਹੁਣ ਬੱਚਿਆਂ ਦੇ ਨਿਗਾਹ ਐਨਕਾਂ ਲੱਗਣ ਲੱਗ ਗਈਆਂ, ਬੱਚਿਆਂ ਦੀ ਜਿਹੜੀ ਗਰੋਥ ਸਟੰਟ ਗਰੋਥ ਹੋ ਗਈ, ਫਿਰ ਉਹ ਦੁੱਧ ਪੀਣੋਂ ਛੱਡ ਜਾਂਦੇ ਨੇ, ਫਿਰ ਉਹ ਕਹਿੰਦੇ ਕਿ ਦੁੱਧ ਮਾੜਾ। ਉਹਨਾਂ ਰੌਲਾ ਉਹਦੇ 'ਚ ਇਹ ਨਹੀਂ ਹੈ ਕਿ ਉਹਦੇ ਵਿੱਚ ਕੀ ਹੈਗੀ ਅਡਲਟਰੇਸ਼ਨ, ਉਹਨਾਂ ਕਿ ਉਹਦੇ ਵਿੱਚ ਜਿਹੜਾ ਅਡਲਟਰੇਸ਼ਨ ਨਾਲੋਂ ਵੱਡੀ ਅਡਲਟਰੇਸ਼ਨ ਹੈ ਜਿਹੜੀ ਅਨਨੋਇੰਗਲੀ ਬਿਨਾਂ ਕਿਸੇ ਸਾਨੂੰ ਲੋੜ ਤੋਂ ਅਸੀਂ ਪਾ ਰਹੇ ਆ। ਜਿਹੜੀ ਲੌਂਗ ਟਰਮ ਹੈ, ਲੌਂਗ ਟਰਮ ਦੇਖੋ ਆਤਮ ਨਿਰਭਰ ਭਾਰਤ ਅਭਿਆਨ ਚੱਲ ਰਿਹਾ, 75ਵੇਂ ਸਾਲ 'ਚ ਆਪਾਂ ਦਾਖਲ ਹੋ ਗਏ। ਫੂਡ ਦੇ ਵਿੱਚ ਵੀ ਸਿਕਿਉਰਿਟੀ ਹੈ ਤੇ ਸਾਡੀ ਨੈਸ਼ਨਲ ਜਿਹੜੀ ਸਾਡੀ ਨਿਊਟ੍ਰੀਸ਼ਨ ਸਿਕਿਉਰਿਟੀ ਵੀ ਸਾਡੇ ਕੋਲ ਹੈਗੀ ਆ। ਹਿੰਦੁਸਤਾਨ 'ਚ ਦੁੱਧ, ਖਾਸ ਕਰਕੇ ਪੰਜਾਬ ਦੀ ਮੈਂ ਗੱਲ ਕਰਾਂ, ਦੁੱਧ ਓਨਾ ਹੈ ਜਿੰਨਾ ਸਾਨੂੰ ਚਾਹੀਦਾ ਸੀ। ਹੁਣ ਜਿਹੜੀ ਘਰ ਦੀ ਉਪਜ ਹੈ, ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿਤੇ, ਜਿਹੜੀ ਘਰ ਦੀ ਉਪਜ ਹੈ ਜੇ ਉਹ ਮੰਡੀ 'ਚ ਆਪਾਂ ਨਹੀਂ ਵੇਚਾਂਗੇ ਤੇ ਪੈਸਾ ਆਊ ਕਿੱਥੋਂ? ਹਿੰਦੁਸਤਾਨ ਦਾ ਦੁੱਧ ਹਿੰਦੁਸਤਾਨ 'ਚ ਹੀ ਪੀ ਲਿਆ ਤੇ ਬਾਹਰਲੇ ਜਿਹੜੇ ਆ 5-7 ਕੰਟਰੀ ਆ ਯਾਰ, ਉਹ ਤਾਂ ਡਿੱਕੀ ਜਾਂਦੇ ਆ, ਤੁਹਾਡੇ ਦੁੱਧ ਨੂੰ ਉਡੀਕਦੇ ਆ। ਇਸ ਕਰਕੇ ਜੇ ਬਾਹਰਲੀ ਜਦੋਂ ਆਪਾਂ ਉਹ ਲਕਸ਼ਮਣ ਰੇਖਾ ਲੰਘਣੀ ਆ ਤਾਂ ਸਾਨੂੰ ਜਿਹੜੇ ਮੈਂ ਮੈਰਾਂ ਦੀ ਗੱਲ ਕਰਕੇ ਆਇਆ, ਚਾਹੇ ਐਂਟੀਬਾਇਓਟਿਕ ਦੀ ਹੈ, ਚਾਹੇ ਅਫਲਾਟੋਕਸਿਨ ਦੀ ਹੈ, ਚਾਹੇ ਸੋਮੈਟਿਕ ਸੈੱਲ ਦੀ ਹੈ, ਚਾਹੇ ਮਾਪਦੰਡ ਜਿਹੜੇ ਆ ਉਹ ਮਾਪਦੰਡ ਮੇਨਟੇਨ ਕਰਨੇ ਪੈਣਗੇ। ਨਹੀਂ ਤਾਂ ਜਿਹੜੀ ਕੰਟਰੀ ਮਾਪਦੰਡ ਮੇਨਟੇਨ ਕਰਕੇ ਓਪਨ ਮਾਰਕੀਟ ਦੇ ਵਿੱਚ ਦੁਕਾਨਦਾਰ ਤੇ ਚਾਹੇ ਉਹ ਕਿਸੇ ਵੀ ਮਾਲ 'ਚ ਕੋਈ ਦੁੱਧ ਪਿਆ ਹੈ, ਖਪਤਕਾਰ ਨੇ ਇਹ ਨਹੀਂ ਵੇਖਣਾ ਸਰ ਮੈਂ ਆਪਣੇ ਕੰਟਰੀ ਦਾ ਪੀਵਾਂ, ਖਪਤਕਾਰ ਨੇ ਸ਼ੁੱਧ ਦੁੱਧ ਲੈਣ ਦੀ ਗੱਲ ਕਰਨੀ ਆ, ਸਾਫ਼ ਤੇ ਜਿਹੜਾ ਐਂਟੀਬਾਇਓਟਿਕ ਰੈਜ਼ੀਡਿਊ ਫ੍ਰੀ ਲੈਣਾ ਹੈ। ਤੇ ਜੇ ਆਪਾਂ ਦੁਨੀਆ ਦੀ ਮੰਡੀ ਨੂੰ ਟੱਚ ਕਰਨਾ ਹੈ, ਦੁਨੀਆ ਮੰਡੀ ਜਾਣਾ ਹੈ, ਤੇ ਆਪਣਾ ਸਭ ਦਾ ਉਪਰਾਲਾ ਗੌਰਮੈਂਟ ਆਫ ਇੰਡੀਆ ਤੋਂ ਲੈ ਕੇ, ਗੌਰਮੈਂਟ ਪੰਜਾਬ ਤੋਂ ਲੈ ਕੇ, ਜਿੰਨੇ ਅਸੀਂ ਵੇਰਕਾ 'ਚ ਕੰਮ ਕਰਦੇ ਹਾਂ, ਜਿੰਨਾ ਅਸੀਂ ਨਿੱਕੇ ਲੈਵਲ ਦੇ ਜਿਹੜੇ ਫਾਰਮਰ ਨੇ ਜਾਂ ਅਵੇਅਰਨੈਸ ਨੇ, ਆਹ ਸਾਰਾ ਮੀਡੀਆ ਸਾਰਾ ਜਿੰਨਾ ਆਪਣਾ ਸਿਸਟਮ ਹੈ ਜ਼ੋਰ ਲੱਗਣਾ ਚਾਹੀਦਾ ਕਿ ਪ੍ਰੋਡਕਸ਼ਨ ਬਹੁਤ ਹੋ ਗਈ, ਪ੍ਰੋਡਕਟਿਵਿਟੀ ਵੀ ਤਕਰੀਬਨ ਠੀਕ ਹੈ ਪੰਜਾਬ ਦੀ, ਪਰ ਹੁਣ ਸੇਫ ਮਿਲਕ ਦੀ ਗੱਲ ਕਰਨੀ। ਬਹੁਤ ਵਧੀਆ ਗੱਲ ਕੀਤੀ ਇੰਦਰਜੀਤ ਜੀ ਨੇ, ਤੇ ਸਮਾਂ ਤਾਂ ਮੇਰਾ ਸਮਾਪਤੀ ਵੱਲ ਵੱਧ ਰਿਹਾ, ਪਰ ਮੈਂ ਇੱਥੇ ਗੱਲ ਡਾਕਟਰ ਸਾਹਿਬ ਚਰਚਾ ਹੋਈ ਸੀਗੀ ਸਮੈਟਿਕ ਸੈੱਲ ਦੀ, ਤਾਂ ਇੱਕ ਅੱਧੇ ਮਿੰਟ 'ਚ ਸੰਖੇਪ ਦੱਸਿਓ ਕਿ ਸਮੈਟਿਕ ਸੈੱਲ ਕਾਊਂਟ
ਹੁੰਦੇ ਕੀ ਆ ਤੇ ਕੰਟਰੋਲ ਕਿਉਂ ਜ਼ਰੂਰੀ ਆ? ਸੋਮੈਟਿਕ ਸੈੱਲ ਕਾਊਂਟ ਇੱਕ ਤਰ੍ਹਾਂ ਦੇ ਸੈੱਲ ਨੇ ਜਿਹੜੇ ਆਪਣੇ ਪਸ਼ੂਆਂ ਦੇ ਆਪਣੇ ਸਰੀਰ ਦੇ ਵਿੱਚ ਵੀ ਜਿਹੜੇ ਸੈੱਲ ਨੇ ਉਹ ਜਦੋਂ ਦੁੱਧ ਦੇ ਵਿੱਚ ਆ ਜਾਂਦੇ ਉਹਨਾਂ ਨੂੰ ਸੋਮੈਟਿਕ ਸੈੱਲ ਕਹਿੰਦੇ ਆ। ਸੋਮੈਟਿਕ ਸੈੱਲ ਦੀ ਇੱਕ ਮਾਤਰਾ ਹੁੰਦੀ ਆ ਕਿ ਇਹ ਇੰਨੀ ਮਾਤਰਾ ਤੱਕ 1 ਲੱਖ ਤੱਕ ਦੁੱਧ ਬਿਲਕੁਲ ਕੁਆਲਿਟੀ ਸਹੀ ਆ, 1 ਲੱਖ ਤੋਂ 2 ਲੱਖ ਥੋੜੀ ਠੀਕ ਠਾਕ ਆ, 2 ਲੱਖ ਤੋਂ ਉੱਪਰ ਜਾਂਦੇ ਆ ਤਾਂ ਉਹ ਕੁਆਲਿਟੀ ਥੋੜੀ ਜਿਹੀ ਖਰਾਬ ਹੁੰਦੀ ਆ। ਸੋਮੈਟਿਕ ਸੈੱਲ ਤੋਂ ਮਹੱਤਤਾ ਕੀ ਆ? ਸੋਮੈਟਿਕ ਸੈੱਲ ਜਦੋਂ ਦੁੱਧ ਦੇ ਵਿੱਚ ਆਉਂਦੇ ਨੇ ਇਹਦਾ ਮਤਲਬ ਆ ਕਿ ਜੇ ਉਹਨਾਂ ਦਾ ਕਾਊਂਟ ਵੱਧਦਾ ਵਾ ਉਹਨਾਂ ਦੀ ਤਾਦਾਦ ਵੱਧਦੀ ਆ। ਤਾਦਾਦ ਵਧਣ ਦਾ ਕਾਰਨ ਇਹ ਹੈ ਕਿ ਆਪਣੇ ਪਸ਼ੂ ਦੇ ਵਿੱਚ ਕੋਈ ਇਨਫੈਕਸ਼ਨ ਆ। ਹੁਣ ਜੇ ਆਪਾਂ ਸੋਮੈਟਿਕ ਸੈੱਲ ਜਿਹੜਾ ਕਾਊਂਟ ਆ ਜੇ ਆਪਾਂ ਉਹਨੂੰ ਮੇਜਰ ਕਰੀਏ ਜਾਂ ਉਹਨੂੰ ਦੇਖਦੇ ਚੈੱਕ ਕਰਦੇ ਰਹੀਏ ਮਾਪੀਏ ਉਹਨੂੰ ਮਾਪਦੇ ਰਹੀਏ ਤਾਂ ਆਪਾਂ ਨੂੰ ਪਤਾ ਲੱਗਦਾ ਰਹੂਗਾ ਕਿ ਆਪਣੇ ਪਸ਼ੂ ਦੇ ਵਿੱਚ ਇਨਫੈਕਸ਼ਨ ਹੈ ਜਾਂ ਨਹੀਂ। ਹੁਣ ਦੁੱਧ ਦੇ ਵਿੱਚ ਬਿਲਕੁਲ ਆਸਾਨੀ ਨਾਲ ਆਪਾਂ ਇਹਨੂੰ ਚੈੱਕ ਕਰ ਸਕਦੇ ਹਾਂ। ਵੇਰਕਾ ਵੱਲੋਂ ਬਿਲਕੁਲ ਫ੍ਰੀ ਪ੍ਰੋਵਾਈਡ ਕੀਤੀ ਜਾਂਦੀ ਪੀਐਚ ਸਟ੍ਰਿਪ ਛੋਟੇ ਜਿਹੇ ਪੀਲੇ ਰੰਗ ਦਾ ਕਾਗਜ਼ ਆ। ਮਹੀਨੇ 'ਚ 1 ਜਾਂ 2 ਵਾਰ ਕਰੋ। 1 ਬੂੰਦ ਦੁੱਧ ਦਾ ਪਾਉਣਾ ਵਾ। ਜੇ ਉਹ ਪੀਲੇ ਦਾ ਪੀਲਾ ਰਹਿ ਗਿਆ ਇਨਫੈਕਸ਼ਨ ਨਹੀਂ ਆ, ਹਰਾ ਹੋ ਗਿਆ ਹਲਕੀ ਜਿਹੀ ਇਨਫੈਕਸ਼ਨ, ਨੀਲਾ ਹੋ ਗਿਆ ਮਤਲਬ ਬਹੁਤ ਜ਼ਿਆਦਾ ਇਨਫੈਕਸ਼ਨ ਆ। ਇਹ ਤੋਂ ਪਹਿਲਾਂ ਕਿ ਪਸ਼ੂ ਲੱਛਣ ਦਿਖਾਵੇ ਉਹ ਲੱਛਣ ਬਿਲਕੁਲ ਸੌਖਾ ਤਰੀਕਾ ਐਂਡ ਬਿਲਕੁਲ ਫ੍ਰੀ ਪ੍ਰੋਵਾਈਡ ਕੀਤਾ ਜਾਂਦਾ ਉਹ ਵੇਰਕਾ ਵੱਲੋਂ। ਵੇਰਕਾ ਦੀ ਸੁਸਾਇਟੀਆਂ 'ਚ ਪੀਐਚ ਪੇਪਰ ਤਾਂ ਉਹਦੀ ਵਰਤੋਂ ਆਪਾਂ ਬਹੁਤ ਆਸਾਨੀ ਨਾਲ ਕਰ ਸਕਦੇ ਇਹਨੂੰ। ਸੋ ਦੋਸਤੋ ਗੱਲਾਂ ਸਾਡੀਆਂ ਹੋਰ ਵੀ ਹੈਗੀਆਂ ਪਰ ਹੁਣ ਸਮਾਂ ਜਿਹੜਾ ਸਾਨੂੰ ਇਜਾਜ਼ਤ ਦੇ ਰਿਹਾ। ਮੈਂ ਅਖੀਰ 'ਚ ਬੇਨਤੀ ਕਰੂੰ ਇੰਦਰਜੀਤ ਜੀ ਨੂੰ ਕਿ ਤੁਸੀਂ ਜੇ ਗਾਗਰ 'ਚ ਸਾਗਰ ਭਰਨਾ ਹੋਵੇ ਤਾਂ ਸੰਦੇਸ਼ ਕੀ ਦਿਓਗੇ ਕਿਸਾਨਾਂ ਨੂੰ? ਮੈਂ ਸੰਦੇਸ਼ ਇਹੀ ਦੇਵਾਂਗਾ ਸਰ ਕਿ ਜੀ ਸਮਾਂ ਬੜਾ ਤੇਜ਼ੀ ਨਾਲ ਅੱਗੇ ਵਧ ਰਿਹਾ। ਐਗਰੀਕਲਚਰ ਪ੍ਰੋਡਕਸ਼ਨ ਦੇ ਵਿੱਚ ਜੋ ਆਪਾਂ ਕਰਨਾ ਸੀ ਪਲੇਟੂ ਤੇ ਪਹੁੰਚ ਕੇ ਹੁਣ ਆਪਾਂ ਉਸ ਦੇ ਵਿੱਚ ਬਹੁਤਾ ਸਕੋਪ ਨਹੀਂ ਹੈਗਾ। ਆਹੀ ਸੈਕਟਰ ਹੈ ਜਿਹੜਾ ਰੋਜ਼ਾਨਾ ਦੀ ਆਮਦਨ ਸਾਡੀ ਕਰਦਾ ਹੈ। ਡੇਅਰੀ ਜਿਹੜਾ ਧੰਦਾ ਹੈ ਇਹ ਸਾਡੇ ਨਾਲ ਜੁੜਿਆ ਹੋਇਆ ਗੁਰੂ ਸਾਹਿਬ ਤੋਂ ਲੈ ਕੇ ਸਾਡੇ ਕ੍ਰਿਸ਼ਨ ਭਗਵਾਨ ਜੀ ਤੋਂ ਲੈ ਕੇ ਸਾਡੀ ਮੰਡੀਕਰਨ ਦੀ ਕੋਈ ਸਮੱਸਿਆ ਨਹੀਂ ਹੈ। ਨੌਜਵਾਨੀ ਬੇਰੁਜ਼ਗਾਰੀ ਨੌਜਵਾਨੀ ਦੀ ਉਹ ਵੱਧ ਰਹੀ ਆ, ਉਹ ਬਾਹਰ ਨੂੰ ਭੱਜ ਰਿਹਾ। ਮੈਂ ਪਹਿਲਾਂ ਵੀ ਕਿਹਾ ਕਿ ਯਾਰ ਇਹ ਤੁਹਾਡੇ ਘਰ ਦੇ ਵਿੱਚ ਹੀ ਸਾਰਾ ਕੁਝ ਹੋ ਸਕਦਾ ਹੈ ਸਾਇੰਟੀਫਿਕ ਢੰਗ ਨਾਲ, ਵਿਗਿਆਨਕ ਢੰਗ ਨਾਲ। ਥੋੜ੍ਹਾ ਜਿਹਾ ਮਨ ਦੇ ਵਿੱਚ ਵਿਚਾਰ ਕਰਕੇ ਆਪਾਂ ਜੇ ਇਸ ਧੰਦੇ ਨੂੰ ਕਰਾਂਗੇ ਤਾਂ ਇਹਨੂੰ ਜੇ ਆਪਾਂ ਇਹ ਇੱਕ ਬਿਜ਼ਨਸ ਦੇ ਤੌਰ 'ਤੇ ਅਪਣਾਵਾਂਗੇ ਤਾਂ ਇਹ ਗੱਲ ਬਣਨੀ ਹੈ। ਜੇ ਆਪਾਂ ਕਹੀਏ ਹੋ ਪਰੇ ਜਾਂ ਕੋਈ ਗੱਲ ਨਹੀਂ ਤੇ ਉਹ ਨਹੀਂ ਗੱਲ ਨਹੀਂ। ਮੈਂ ਪਹਿਲਾਂ ਵੀ ਕਿਹਾ ਕਿ ਜਿਹੜਾ ਇਲਾਜ ਨਾਲ ਪਰਹੇਜ਼ ਚੰਗਾ। ਇਸ ਕਰਕੇ ਤੰਦਰੁਸਤ ਲਵੇਰੇ ਦੇ ਵਿੱਚ ਸਭ ਤੋਂ ਵੱਡੀ ਗੱਲ ਜੇ ਕੋਈ ਬਿਮਾਰੀ ਆਉਂਦੀ ਵੀ ਹੈ, ਵੈਸੇ ਤਾਂ ਮਨੁੱਖ ਨੂੰ ਵੀ ਆਉਂਦੀ ਆ, ਸਿਰ ਦੁਖਦਾ ਹੈ ਜਾਂ ਕੋਈ ਮਤਲਬ ਤੁਹਾਨੂੰ ਬੀਪੀ ਦੀ ਪ੍ਰੋਬਲਮ ਆਉਂਦੀ ਹੈ, ਤੁਸੀਂ ਇਮੀਡੀਏਟਲੀ ਦਵਾਈ ਲੈਂਦੇ ਹੋ। ਐਨੀਮਲ ਥੋੜ੍ਹੀ ਦੱਸੂਗਾ ਆਪਾਂ ਨੂੰ। ਆਪਾਂ ਨੂੰ ਤਾਂ ਐਨੀਮਲ ਦੇ ਅੱਖਾਂ 'ਚ ਅੱਖਾਂ ਪਾ ਕੇ ਐਨੀਮਲ ਦੇ ਪਿੰਡੇ ਦੇ ਹੱਥ ਫੇਰ ਕੇ ਐਨੀਮਲ ਦੇ ਚਮੜੀ ਵੇਖ ਕੇ ਜਿਹੜਾ ਡਾਕਟਰ ਸਾਹਿਬ ਨੇ ਨਾਸਾਂ ਦੀ ਗੱਲ ਕੀਤੀ ਹੈ ਸੁੱਕੀਆਂ ਨਹੀਂ ਅਗਾਲੀ ਵੇਖ ਕੇ ਨਾਲ ਦੀ ਨਾਲ ਪਤਾ ਲੱਗਣਾ ਚਾਹੀਦਾ। ਇਸ ਕਰਕੇ ਹਰ ਵਿਅਕਤੀ ਨੂੰ ਡੇਅਰੀ ਫਾਰਮ ਦੀਆਂ ਗੁੱਡ ਡੇਅਰੀ ਪ੍ਰੈਕਟਿਸ ਸਿੱਖਣੀਆਂ ਪੈਣਗੀਆਂ ਤਾਂ ਜਾ ਕੇ ਕਿਤੇ ਆਪਾਂ ਅੱਗੇ ਆਪਣਾ ਜਿਹੜਾ ਜੀਵਨ ਨਿਰਵਾਹ ਵਧੀਆ ਹੋਊ। ਡਾਕਟਰ ਪ੍ਰਭਦੀਪ ਮੇਰਾ ਜਿਹੜਾ ਮਾਰਕਫੈਟ ਦੀ ਸੇਵਾਵਾਂ ਦੇ ਨਾਲ ਸ਼ੌਕ ਕਮੇਡੀ ਵੀ ਰਿਹਾ ਵਾ ਤਾਂ ਮੈਨੂੰ ਡਾਕਟਰ ਸਾਹਿਬ ਦੀ ਇੰਦਰਜੀਤ ਦੀ ਗੱਲ ਤੋਂ ਯਾਦ ਆ ਗਿਆ ਕਿ ਜਦੋਂ ਮੈਂ ਕਿਸੇ ਇੱਕ ਵਾਰੀ ਆਪਣੇ ਮਿੱਤਰ ਨੂੰ ਸਵਾਲ ਕੀਤਾ ਸੀਗਾ ਕਿ ਤੁਸੀਂ ਵਧੀਆ ਮਾਰਕਸ ਲਏ ਆ 10ਵੀਂ 12ਵੀਂ ਚੋਂ ਤੇ ਬਾਅਦ 'ਚ ਤੁਸੀਂ ਕਿਉਂ ਚੁਣਿਆ ਕਿ ਮੈਂ ਪਸ਼ੂ ਨੂੰ ਡਾਕਟਰ ਬਣਨਾ, ਵੀ ਐਮਬੀਬੀਐਸ ਕਿਉਂ ਨਹੀਂ ਬਣੇ? ਉਹ ਕਹਿੰਦੇ ਜੀ ਮੈਨੂੰ ਪਤਾ ਵੀ ਜੇ ਮੈਂ ਬੰਦਿਆਂ ਦਾ ਡਾਕਟਰ ਬਣਦਾ ਉਹ ਬੰਦਿਆਂ ਦੇ ਡਾਕਟਰ ਨੇ ਜੇ ਦਵਾਈ ਗਲਤ ਦਿੱਤੀ ਗਈ ਉਹ ਪੂਰਾ ਪਿੰਡ 'ਚ ਰੌਲਾ ਪਾ ਡਾਕਟਰ ਮਾੜਾ ਪਸ਼ੂ ਨੂੰ ਕਿਤੇ ਬੋਲਣਾ ਤਾਂ ਡਾਕਟਰ ਪਸ਼ੂ ਨੂੰ ਬਣਿਆ। ਇੱਥੇ ਗੱਲ ਹਾਸੇ 'ਚ ਵਾ ਪਰ ਗੱਲ ਬੜੀ ਇਹ ਇੰਪੋਰਟੈਂਟ ਆ ਕਿ ਪਸ਼ੂ ਜਿਹੜੇ ਉਹ ਬੇਜ਼ਬਾਨ ਹੁੰਦੇ ਆ। ਪਸ਼ੂ ਨੂੰ ਬੁਲਾਉਣਾ ਆਪਾਂ ਹੈ। ਹਾਂ ਉਹਦੀ ਭਾਵਨਾ ਉਹਦੀ ਤੁਸੀਂ ਪੜ੍ਹ ਸਕਦੇ ਆ। ਤੇ ਅਖੀਰ ਤੁਸੀਂ ਜਿਹੜਾ ਮਿਲਕਫੈਡ ਵੱਲੋਂ ਜਾਂ ਆਪਣੇ ਅਦਾਰੇ ਵੇਰਕਾ ਵੱਲੋਂ ਜਾਂ ਪਲਾਂਟ ਵੱਲੋਂ ਕਿਸਾਨਾਂ ਨੂੰ ਪਸ਼ੂ ਪਾਲਕਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਕਿਸਾਨਾਂ ਨੂੰ ਸਭ ਤੋਂ ਪਹਿਲਾਂ ਇਹੀ ਸੰਦੇਸ਼ ਦੇਣਾ ਚਾਹੂੰਗਾ ਕਿ ਜਿਹੜੇ ਵੀ ਆਪਾਂ ਅੱਜ ਮੁੱਦਿਆਂ ਤੇ ਗੱਲ ਕੀਤੀ ਆ ਇਹਨਾਂ ਦੇ ਵਿੱਚ ਸਭ ਤੋਂ ਮੇਨ ਜਿਹੜੀ ਪ੍ਰੋਬਲਮ ਆ ਰਹੀ ਆ ਦਿੱਕਤ ਆ ਰਹੀ ਆ ਉਹ ਹੈਗੀ ਜਾਗਰੂਕਤਾ ਦੀ। ਜਾਗਰੂਕਤਾ ਤੁਹਾਡੇ ਤੱਕ ਪਹੁੰਚੂਗੀ। ਤੁਸੀਂ ਕੋਈ ਵੀ ਦਿੱਕਤ ਆਉਂਦੀ ਹੈ ਐਂਟੀਬਾਇਓਟਿਕ ਰੈਜ਼ੀਡਿਊ ਦੀ ਆਪਾਂ ਬੇਲੋੜੇ ਐਂਟੀਬਾਇਓਟਿਕ ਲਾ ਦਿੰਦੇ ਹਾਂ। ਪਸ਼ੂ ਬਿਮਾਰ ਹੁੰਦਾ ਵਾ ਵੇਰਕਾ ਦੀਆਂ ਸੁਸਾਇਟੀਆਂ ਦੇ ਵਿੱਚ ਡਾਕਟਰ ਮੌਜੂਦ ਨੇ। ਤੁਸੀਂ ਆਪਦੇ ਸੈਕਟਰੀ ਨਾਲ ਗੱਲ ਕਰੋ ਵੀ ਡਾਕਟਰ ਸਾਹਿਬ ਨਾਲ ਗੱਲ ਕਰਾ ਦਿਓ, ਤੁਹਾਨੂੰ ਜਾਣਕਾਰੀ ਮਿਲੂਗੀ। ਤੁਹਾਨੂੰ ਅਫਲਾਟੌਕਸਿਨ ਬਾਰੇ ਜਾਣਕਾਰੀ ਮਿਲੂਗੀ, ਇਹਦੇ ਟੈਸਟ ਵੇਰਕਾ ਕਰਦਾ ਵਾ। ਸੋਮੈਟਿਕ ਸੈੱਲ ਦਾ ਟੈਸਟ ਬਿਲਕੁਲ ਹੀ ਆਸਾਨ ਆ, ਤੁਹਾਨੂੰ ਉਹਦੀ ਜਾਣਕਾਰੀ ਮਿਲੂਗੀ। ਐਂਟੀਬਾਇਓਟਿਕ ਕਿਹੜਾ ਲਾਉਣਾ, ਮੇਰੇ ਪਸ਼ੂ ਨੂੰ ਕੀ ਬਿਮਾਰੀ ਹੋਈ ਆ, ਤੁਹਾਨੂੰ ਹਰ ਇੱਕ ਜਾਣਕਾਰੀ ਮੌਜੂਦ ਆ। ਬਸ ਦਿੱਕਤ ਇੱਥੇ ਆ ਕਿ ਆਪਾਂ ਉਹ ਜਾਣਕਾਰੀ ਲੈਣਾ ਚਾਹੁੰਦੇ ਆ ਜਾਂ ਨਹੀਂ। ਕਿਸਾਨ ਦੋਸਤੋ ਇਸ ਤੋਂ ਪਹਿਲਾਂ ਕਿ ਮੈਂ ਆਪਣਾ ਸਮਾਪਤੀ ਕਰਾਂ ਪ੍ਰੋਗਰਾਮ ਦੀ, ਮੈਂ ਦਿਲੋਂ ਇਹ ਗੱਲ ਆਪਣੀ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਕਿ ਮੈਂ ਪਹਿਲੀ ਵਾਰੀ ਡਾਕਟਰ ਪ੍ਰਭਦੀਪ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਬੁਲਾਇਆ ਤੇ 2020 ਬੈਚ ਦੇ ਇਹ ਯੰਗ ਨੌਜਵਾਨ ਡਾਕਟਰ ਆ। ਇਹਨਾਂ ਦੀਆਂ ਗੱਲਾਂ ਬਾਤਾਂ, ਇਹਨਾਂ ਦੀ ਪਕੜ, ਇਹਨਾਂ ਦੀ ਇਨਵੋਲਵਮੈਂਟ ਦੇਖ ਕੇ ਮੇਰਾ ਮਨ ਖੁਸ਼ ਬਾਗੋ-ਬਾਗ ਹੋ ਗਿਆ। ਇੰਦਰਜੀਤ ਜੀ ਮੇਰੇ ਨਾਲ ਸਹਿਮਤ ਹੋਣਗੇ ਕਿ ਆਉਣ ਵਾਲਾ ਸਾਡਾ ਬਹੁਤ ਵਧੀਆ। ਇੱਦਾਂ ਦੇ ਜਿਹੜੇ ਡਾਕਟਰ ਹੈਗੇ ਆ ਜਿਨ੍ਹਾਂ ਕੋਲ ਨੌਲੇਜ ਵੀ ਆ, ਗਿਆਨ ਵੀ ਆ, ਗੱਲ ਨੂੰ ਕਹਿ ਵੀ ਲੈਂਦੇ ਆ ਔਰ ਸੋਹਣੀ ਤਰ੍ਹਾਂ ਕਹਿ ਲੈਂਦੇ ਆ। ਇਹ ਸਾਡੇ ਜਵਾਨਾਂ ਹੱਥ ਵਾਗਡੋਰ ਹੈਗੀ ਆ। ਸੋ ਮੈਂ ਤੁਹਾਡੇ ਵੱਲੋਂ, ਆਪਣੇ ਵੱਲੋਂ, ਪੰਜ ਦਰਿਆ ਵੱਲੋਂ ਧੰਨਵਾਦ ਕਰਾਂ ਡਾਕਟਰ ਪ੍ਰਭਜੀਤ ਜੀ ਦਾ, ਸਰਦਾਰ ਇੰਦਰਜੀਤ ਸਿੰਘ ਦਾ। ਤੁਸੀਂ ਇੱਥੇ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਸਾਰਿਆਂ ਦਾ। ਆਮ ਕਿਸਾਨ ਨੂੰ ਬਣਾਵੇ ਹਾਈ ਅਚੀਵਰ, ਪੰਜਾਬ ਐਗਰੋ ਦਾ 5 ਰਿਵਰ। ਸੁਣੋ ਭਰਾਵੋ ਸਿਹਤ ਵਾਸਤੇ
गल सियाणियां दसी सही भरोसेमंद वेरका दुध दही ते लस्सी पंजाब मेरे दे वीर इन्हां दे मिर्गा जहे शरीर हौसले शेरां वर्गे ने वेरका दा दुध पींदे वेरका दा दुध। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਸਤਵੀਰ ਸੱਤੀ। ਤੁਸੀਂ ਵੇਖ ਰਹੇ ਹੋ ਪੰਜਾਬ ਐਗਰੋ ਦਾ ਹਫ਼ਤਾਵਾਰੀ ਪ੍ਰੋਗਰਾਮ ਪੰਜ ਦਰਿਆ ਤੇ ਹੁਣ ਪੇਸ਼ ਨੇ ਡਾਕਟਰ ਰਣਜੀਤ ਸਿੰਘ ਤਾਂਬੜ, ਸਾਬਕਾ ਮੁਖੀ ਪਸਾਰ ਸਿੱਖਿਆ ਵਿਭਾਗ ਪੀਯੂ ਵੱਲੋਂ ਲਿਖੀਆਂ ਗਈਆਂ ਖੇਤੀ ਗਤੀਵਿਧੀਆਂ। ਕਿਸਾਨ ਵੀਰੋ, ਹਾੜੀ ਦੀਆਂ ਦੂਜੀਆਂ ਫਸਲਾਂ ਜਿਵੇਂ ਕਿ ਜੌਂ, ਛੋਲੇ, ਮਸਰ ਅਤੇ ਸਰੋਂ ਦੀ ਬਿਜਾਈ ਹੁਣ ਪੂਰੀ ਕਰ ਲੈਣੀ ਚਾਹੀਦੀ ਹੈ। ਜੇਕਰ ਦੇਸੀ ਛੋਲਿਆਂ ਦੀ ਬਿਜਾਈ ਪਿਛੇਤੀ ਹੋ ਜਾਵੇ ਤਾਂ ਬੀਜ ਮਾਤਰਾ ਵਧਾ ਕੇ 27 ਕਿਲੋ ਪ੍ਰਤੀ ਏਕੜ ਕਰ ਦੇਣੀ ਚਾਹੀਦੀ ਹੈ। PBG 5, GPF 2, PBG 7, PBG 8 ਕਿਸਮਾਂ ਬੀਜੋ। ਕਾਬਲੀ ਛੋਲਿਆਂ ਦੀ L552 ਕਿਸਮ ਹੈ। ਮਸਰਾਂ ਦੀ ਬਿਜਾਈ ਲਈ LL 1373, LL 931 ਕਿਸਮਾਂ ਬੀਜੋ। 1 ਏਕੜ ਲਈ 15 ਕਿਲੋ ਬੀਜ ਵਰਤੋ, ਪਰ LL 1373 ਦਾ 18 ਕਿਲੋ ਬੀਜ ਵਰਤੋ। ਕਿਸਾਨ ਵੀਰੋ, ਇਸੇ ਤਰ੍ਹਾਂ ਜੌਆਂ ਦੀ PL 807, DWRB 52 ਅਤੇ PL 426, DWRB 123 ਅਤੇ PL 891 ਸਿਫਾਰਿਸ਼ ਕੀਤੀ ਗਈ ਹੈ। ਨਵੀਂ ਕਿਸਮ 123 ਤੋਂ 20 ਕੁਇੰਟਲ ਪ੍ਰਤੀ ਏਕੜ ਤੱਕ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ। PL 891 ਕਿਸਮ ਤੋਂ ਛਿਲਕਾ ਰਹਿਤ ਹੋਣ ਕਰਕੇ ਸਤੂ, ਫਲੇਕਸ ਅਤੇ ਆਟਾ ਵਧੀਆ ਬਣਦਾ ਹੈ। ਕਿਸਾਨ ਵੀਰੋ, ਸਾਬਤ ਦਾਣੇ ਵੀ ਖਾਣ ਲਈ ਵਰਤੇ ਜਾ ਸਕਦੇ ਹਨ। ਰਾਇਆ ਤੇ ਅਫਰੀਕਨ ਸਰੋਂ ਦੀ ਬਿਜਾਈ ਵੀ ਹੁਣ ਪੂਰੀ ਕਰ ਲੈਣੀ ਚਾਹੀਦੀ ਹੈ। ਇਸ ਦੇ ਸਿਆੜ ਕਣਕ ਵਿੱਚ ਵੀ ਲਗਾਏ ਜਾ ਸਕਦੇ ਹਨ। PC 6 ਅਫਰੀਕਨ ਸਰੋਂ ਦੀ ਕਿਸਮ ਹੈ। ਇਸ ਦਾ ਝਾੜ 8 ਕੁਇੰਟਲ ਤੱਕ ਪ੍ਰਾਪਤ ਕੀਤਾ ਜਾ ਸਕਦਾ ਹੈ। RCH 1, PHR 126, ਗਿਰੀਰਾਜ, RLC 3, PBR 357, PBR 97, PBR 91 ਰਾਇਆ ਦੀ ਸਿਫਾਰਿਸ਼ ਕੀਤੀਆਂ ਗਈਆਂ ਕਿਸਮਾਂ ਹਨ। 1 ਏਕੜ ਵਿੱਚ 1 ਕਿਲੋ 500 ਗ੍ਰਾਮ ਬੀਜ ਦੀ ਲੋੜ ਹੈ। ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਆਧਾਰ ਉੱਤੇ ਕਰਨੀ ਚਾਹੀਦੀ ਹੈ। ਆਮ ਖੇਤੀ ਵਿੱਚ 40 ਕਿਲੋ ਨਾਈਟ੍ਰੋਜਨ, 12 ਕਿਲੋ ਫਾਸਫੋਰਸ ਅਤੇ 6 ਕਿਲੋ ਪੋਟਾਸ਼ ਪਾਵੋ। ਅੱਧੀ ਨਾਈਟ੍ਰੋਜਨ ਤੇ ਦੂਜੀਆਂ ਸਾਰੀਆਂ ਖਾਦਾਂ ਬਿਜਾਈ ਸਮੇਂ ਪਾਵੋ। ਬਾਕੀ ਦੀ ਅੱਧੀ ਨਾਈਟ੍ਰੋਜਨ ਪਹਿਲੇ ਪਾਣੀ ਨਾਲ ਪਾਵੋ। ਕਿਸਾਨ ਵੀਰੋ, ਕਸੁੰਬੜਾ ਰਕੜਾਂ ਵਿੱਚ ਉੱਗਣ ਵਾਲਾ ਬੂਟਾ ਹੈ। ਇਸ ਨੂੰ ਪਾਣੀ ਦੀ ਬਹੁਤ ਘੱਟ ਲੋੜ ਪੈਂਦੀ ਹੈ। ਇਹ ਹਰ ਤਰ੍ਹਾਂ ਦੀ ਧਰਤੀ ਵਿੱਚ ਹੋ ਜਾਂਦਾ ਹੈ। ਇਸ ਦੇ ਬੀਜਾਂ ਦੇ ਤੇਲ ਨੂੰ ਬਹੁਤ ਪਸੰਦ ਕੀਤਾ ਜਾਣ ਲੱਗ ਪਿਆ ਹੈ। ਮਾਰੂ ਧਰਤੀ ਵਿੱਚ ਇਸ ਦੀ ਕਾਸ਼ਤ ਕੀਤੀ ਜਾ ਸਕਦੀ ਹੈ। 1 ਏਕੜ ਲਈ 6 ਕਿਲੋ ਬੀਜ ਚਾਹੀਦਾ ਹੈ। ਬਿਜਾਈ ਸਮੇਂ 35 ਕਿਲੋ ਯੂਰੀਆ ਪ੍ਰਤੀ ਏਕੜ ਪਾਵੋ। ਨਦੀਨਾਂ ਦੀ ਰੋਕਥਾਮ ਲਈ ਇੱਕ ਗੋਡੀ ਜ਼ਰੂਰ ਕਰੋ। 1 ਏਕੜ ਵਿੱਚੋਂ ਕੋਈ 6 ਕੁਇੰਟਲ ਝਾੜ ਪ੍ਰਾਪਤ ਹੋ ਜਾਂਦਾ ਹੈ। ਕਿਸਾਨ ਵੀਰੋ, ਸਬਜ਼ੀਆਂ ਦੀ ਕਾਸ਼ਤ ਬਾਰੇ ਤੁਹਾਡੇ ਨਾਲ ਅਕਸਰ ਹੀ ਗੱਲਬਾਤ ਹੁੰਦੀ ਹੀ ਰਹਿੰਦੀ ਹੈ। ਜੇਕਰ ਸਬਜ਼ੀਆਂ ਦੀ ਬਿਜਾਈ ਨਹੀਂ ਕੀਤੀ ਤਾਂ ਹੁਣ ਵੀ ਕੁਝ ਸਬਜ਼ੀਆਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਮਟਰ ਸਰਦੀਆਂ ਦੀ ਸਭ ਤੋਂ ਵੱਧ ਪਸੰਦ ਕੀਤੀ ਜਾਣ ਵਾਲੀ ਸਬਜ਼ੀ ਹੈ। ਜੇਕਰ ਕੁਝ ਥਾਂ ਵਿਹਲੀ ਹੈ ਤਾਂ ਉੱਥੇ ਮਟਰ ਜ਼ਰੂਰ ਬੀਜੋ। ਹੁਣ ਦੀ ਬਿਜਾਈ ਲਈ ਪੰਜਾਬ 99 ਅਤੇ ਮਿੱਠੀ ਫਲੀ ਕਿਸਮਾਂ ਦੀ ਬਿਜਾਈ ਕਰਨੀ ਚਾਹੀਦੀ ਹੈ। ਇਸ ਦੀ 1 ਏਕੜ ਲਈ 30 ਕਿਲੋ ਬੀਜ ਦੀ ਲੋੜ ਪੈਂਦੀ ਹੈ। ਬਿਜਾਈ ਸਮੇਂ ਲਾਈਨਾਂ ਵਿਚਕਾਰ 30 ਅਤੇ ਬੂਟਿਆਂ ਵਿਚਕਾਰ 10 ਸੈਂਟੀਮੀਟਰ ਦਾ ਫਾਸਲਾ ਰੱਖਿਆ ਜਾਵੇ। ਬੀਜਣ ਤੋਂ ਪਹਿਲਾਂ ਬੀਜ ਨੂੰ ਰਾਈਜ਼ੋਬੀਅਮ ਦਾ ਟੀਕਾ ਜ਼ਰੂਰ ਲਗਾ ਲੈਣਾ ਚਾਹੀਦਾ ਹੈ। ਜੇਕਰ ਹੋ ਸਕੇ ਤਾਂ ਖੇਤ ਤਿਆਰ ਕਰਨ ਤੋਂ ਪਹਿਲਾਂ 8 ਟਨ ਰੂੜੀ ਪ੍ਰਤੀ ਏਕੜ ਪਾਵੋ। ਕਿਸਾਨ ਵੀਰੋ, ਮਟਰ ਭਾਵੇਂ ਧਰਤੀ ਦੀ ਉਪਜਾਊ ਸ਼ਕਤੀ ਨੂੰ ਚੰਗਾ ਬਣਾਉਂਦੇ ਹਨ, ਪਰ ਬੀਜਣ ਸਮੇਂ 45 ਕਿਲੋ ਯੂਰੀਆ ਤੇ 155 ਕਿਲੋ ਸੁਪਰ ਫਾਸਫੇਟ ਪ੍ਰਤੀ ਏਕੜ ਪਾਈ ਜਾਵੇ। ਨਦੀਨਾਂ ਨੂੰ ਰੋਕਣ ਲਈ ਇਸ ਦੀ ਗੋਡੀ ਜ਼ਰੂਰ ਕਰੋ। ਬਿਜਾਈ ਤੋਂ 3 ਮਹੀਨਿਆਂ ਪਿੱਛੋਂ ਇਸ ਦੀ ਪਹਿਲੀ ਤੁੜਾਈ ਕੀਤੀ ਜਾ ਸਕਦੀ ਹੈ। ਸੋ ਕਿਸਾਨ ਵੀਰੋ, ਇਹ ਸੀ ਇਸ ਹਫ਼ਤੇ ਦੀਆਂ ਖੇਤੀ ਗਤੀਵਿਧੀਆਂ। ਮਿਲਾਂਗੇ ਪੰਜਾਬ ਐਗਰੋ ਦੇ ਹਫ਼ਤਾਵਾਰੀ ਪ੍ਰੋਗਰਾਮ ਪੰਜ ਦਰਿਆ ਦੇ ਵਿੱਚ ਅਗਲੇ ਹਫ਼ਤੇ ਕੁਝ ਹੋਰ ਜਾਣਕਾਰੀਆਂ ਦੇ ਨਾਲ। ਤੇ ਇੱਕ ਵਿਸ਼ੇਸ਼ ਸੂਚਨਾ ਹੋਰ, ਜਿਨ੍ਹਾਂ ਕਿਸਾਨ ਵੀਰਾਂ ਨੇ ਅਜੇ ਤੱਕ ਪੰਜਾਬ ਐਗਰੋਜ਼ 5 ਰਿਵਰ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਸਬਸਕ੍ਰਾਈਬ ਕਰ ਲਓ ਤਾਂ ਕਿ ਹੋਰ ਵਧੇਰੇ ਜਾਣਕਾਰੀਆਂ ਮਿਲਦੀਆਂ ਰਹਿਣ। ਧੰਨਵਾਦ। ਆਮ ਕਿਸਾਨ ਨੂੰ ਬਣਾਵੇ ਹਾਈ ਅਚੀਵਰ, ਪੰਜਾਬ ਐਗਰੋ ਦਾ 5 ਰਿਵਰ। ਸੁਣੋ ਭਰਾਵੋ, ਸਿਹਤ ਵਾਸਤੇ ਗੱਲ ਸਿਆਣਿਆਂ ਦਸੀ ਸਹੀ ਭਰੋਸੇਮੰਦ ਵੇਰਕਾ ਦੁੱਧ ਦਹੀਂ ਤੇ ਲੱਸੀ ਪੰਜਾਬ ਮੇਰੇ ਦੇ ਵੀਰ ਇਹਨਾਂ ਦੇ ਮਿਰਗਾ ਜਹੇ ਸ਼ਰੀਰ ਹੌਸਲੇ ਸ਼ੇਰਾਂ ਵਰਗੇ ਨੇ ਵੇਰਕਾ ਦਾ ਦੁੱਧ ਪੀਂਦੇ ਵੇਰਕਾ ਦਾ ਦੁੱਧ ਉਹ ਜ਼ਹਿਰਾਂ ਮੁਕਤ ਦਾ ਖੇਤੀ ਵੀਰੋ ਆ ਜੋ ਰਲੇ ਬਣਾਈਏ ਆਪਣੇ ਸੋਹਣੇ ਪੰਜਾਬ ਨੂੰ ਮੁੜ ਤੰਦਰੁਸਤ ਬਣਾਈਏ ਮੁੜ ਤੰਦਰੁਸਤ ਬਣਾਈਏ। ਆਮ ਕਿਸਾਨ ਨੂੰ ਬਣਾਵੇ ਹਾਈ ਅਚੀਵਰ, ਪੰਜਾਬ ਐਗਰੋ ਦਾ 5 ਰਿਵਰ।